ਲਾਈਵ 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 ਥੋੜਾ ਨੈਟਵਰਕ ਦੀ ਪ੍ਰੋਬਲਮ ਆਉਂਦੀ ਹੈ ਮੈਨੂੰ ਲੱਗਿਆ। ਸਹੀ ਹੈ। ਤਾਂ ਸੋ ਆਪਣੀ ਗੱਲ ਜਿਹੜੀ ਵਿਚਾਲੇ ਰਹਿ ਗਈ, ਮੈਨੂੰ ਨਹੀਂ ਪਤਾ ਕਿ ਗੱਲ ਕਿੱਥੇ ਮੈਂ ਗੱਲ ਕਰਦਾ ਰਿਹਾ ਤੇ ਉਹ ਸ਼ਾਇਦ ਬੰਦ ਹੋ ਗਿਆ ਸੀ। ਸੋ ਪੁਲਿਸ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਹੀ ਪੁੱਤ ਹੈ। ਜੇ ਆਰਮੀ ਲਾਉਂਦੇ ਆ ਅੱਗੇ ਸਾਡੇ, ਤਾਂ ਵੀ ਉਹ ਕਿਸਾਨਾਂ ਦੇ ਹੀ ਪੁੱਤ ਹੈ। ਕਈ ਵਾਰੀ ਹੁਣ ਜੇ ਸਾਡੇ ਹੁਣ ਕਿਸਾਨ ਉੱਥੇ ਬੈਠੇ ਆ, ਜਿੰਨੇ ਵੀਰ ਭਰਾ, ਰਾਮ ਰਾਮ ਭਾਈ, ਰਾਮ ਰਾਮ, ਕਿਆ ਬਾਤ ਹੈ, ਲਵ ਯੂ। ਜਿੰਨੇ ਵੀਰ ਭਰਾ ਬੈਠੇ ਆ, ਸਾਡੇ ਬਜ਼ੁਰਗ ਬੈਠੇ ਆ, ਅੱਗੇ ਜਿਹੜੀ ਆਰਮੀ ਵੀ ਲੱਗੀ ਹੈ, ਉਹ ਪੁੱਤ ਤਾਂ ਕਿਸਾਨਾਂ ਦੇ ਹੀ ਹੈ ਨਾ। ਕਿਤੇ ਨਾ ਕਿਤੇ ਉਹਨਾਂ ਦੇ ਦਿਲਾਂ 'ਚ ਥਾਂ ਤਾਂ ਹੈਗੀ ਹੈ ਸਾਡੇ ਲਈ। ਕਈ ਵਾਰੀ ਉਹਨਾਂ ਦੀ ਮਜਬੂਰੀ ਹੈ ਉੱਥੇ ਖੜਨਾ। ਉਹਨਾਂ ਨੂੰ ਜੇ ਸਰਕਾਰ ਉੱਤੋਂ ਆਰਡਰ ਲਾਉਂਦੀ ਹੈ, ਉਹ ਵਿਚਾਰੇ ਕੀ ਕਰਨ। ਉਹ ਵੀ ਇੱਕ ਉਹਨਾਂ ਦੀ ਜੋਬ ਹੈ। ਉਸ ਨਾਲ ਵੀ ਉਹ ਧਰਮ ਵਰਗੀ ਚੀਜ਼ ਹੁੰਦੀ ਆ। ਉਹ ਵੀ ਇੱਕ ਉਹਨਾਂ ਦਾ ਧਰਮ ਹੈ, ਉਸ ਤੋਂ ਪਿੱਛੇ ਨਹੀਂ ਹਟ ਸਕਦੇ ਜੇ। ਪਰ ਹਾਂ, ਉਹਨਾਂ ਦੇ ਦਿਲਾਂ 'ਚ ਤੁਹਾਡੇ ਲਈ ਪਿਆਰ ਹੈ। ਪੰਜਾਬ ਪੁਲਿਸ ਦਾ ਮੈਂ ਬਹੁਤ ਧੰਨਵਾਦੀ ਹਾਂ। ਇੰਨਾ ਉਹਨਾਂ ਨੇ ਪਿਆਰ ਨਾਲ ਮੈਨੂੰ ਰੱਖਿਆ ਕਿ ਮੈਂ, ਬੜੇ ਵਿਚਾਰੇ ਮੁਲਾਜ਼ਮ ਇਹੋ ਜਿਹੇ ਸੀਗੇ, ਮੈਂ ਸ਼ਾਇਦ ਪਹਿਲਾਂ YouTube ਰੁਕ ਗਿਆ ਸੀਗਾ ਜਾਂ ਕਿਵੇਂ, ਮੈਂ ਉਦੋਂ ਵੀ ਦੱਸਿਆ ਕਿ ਇੱਕ ਵੀਰ, ਮੈਨੂੰ ਨਾਮ ਨਹੀਂ ਪਤਾ ਭਰਾ ਦਾ, ਮੈਂ ਸੁੱਤਾ ਪਿਆ ਸੀ, ਮੈਨੂੰ ਯਾਦ ਹੈ ਕਿ ਉਹਨੇ, ਮੇਰਾ ਸਿਰ ਦਰਦ ਕਰ ਰਿਹਾ ਸੀ ਤਾਂ ਮੇਰਾ ਪਏ ਦਾ ਉਹਨੇ ਸਿਰ ਦਬਾਇਆ ਤੇ ਮੈਨੂੰ ਕਿਹਾ ਕਿ ਤੂੰ ਬੱਚਿਆਂ ਵਰਗਾ ਤੇ ਤੈਨੂੰ ਸਾਡੇ ਬੱਚੇ ਬਹੁਤ ਪਿਆਰ ਕਰਦੇ ਆ। ਕਿਸਾਨ ਐਂਥਮ ਹੈ ਤੇਰਾ ਗਾਣਾ, ਸਾਰਿਆਂ ਨੇ ਸੁਣਿਆ। ਜੇ ਮੈਂ ਜੇਲ੍ਹ 'ਚ ਵੀ ਗਿਆ, ਇੱਕ ਦਿਨ ਮੈਂ ਜੇਲ੍ਹ 'ਚ ਥੋੜ੍ਹਾ, ਜਦੋਂ ਮੈਨੂੰ ਸੰਗਰੂਰ ਜੇਲ੍ਹ 'ਚ ਛੱਡਣਾ ਸੀਗਾ, ਤਾਂ ਮੈਂ ਨਾ ਰਾਤ ਨੂੰ ਜ਼ਿਆਦਾ ਲੇਟ ਹੋਣ ਕਰਕੇ ਤੇ ਦੂਜੇ ਦਿਨ ਤੇ ਗਈ ਗੱਲ, ਕਿਉਂਕਿ TV 'ਚ ਨਿਊਜ਼ ਆਉਂਦੀ ਸੀ, ਸਾਰੇ ਅੰਦਰ ਦੇਖਦੇ ਸੀ। ਜਿਉਂ ਮੈਨੂੰ ਦੂਜੇ ਦਿਨ ਜੇਲ੍ਹ 'ਚ ਸੰਗਰੂਰ ਛੱਡਣ ਗਏ ਤਾਂ ਉੱਥੇ ਬੜੇ ਸਾਰੇ ਲੋਕ ਸਾਹਮਣੇ ਖੜੇ ਸੀ। ਕਹਿੰਦੇ ਕਿ ਅਸੀਂ ਕੱਲ੍ਹ ਵੀ ਬੜਾ ਲੇਟ ਤੱਕ ਡੀਕਦੇ ਰਹੇ ਵੀ ਸ਼੍ਰੀ ਬਰਾੜ ਵੀਰਾ ਆਊਗਾ ਅੰਦਰ। ਤੇ ਉਹਨਾਂ ਨੇ ਇੰਨਾ ਪਿਆਰ ਦਿੱਤਾ ਸਾਰਿਆਂ ਨੇ। ਜੇਲ੍ਹ ਦਾ ਪ੍ਰਸ਼ਾਸਨ ਇੰਨਾ ਵਧੀਆ ਉਹਨਾਂ ਦਾ ਵਿਵਹਾਰ ਹੈਗਾ, ਇੰਨੇ ਵਧੀਆ ਲੋਕ ਹੈਗੇ ਉਹ। ਮੈਨੂੰ ਅੰਦਰ ਹਰ ਟਾਈਮ ਉਹਨਾਂ ਨੇ ਪੁੱਛਣਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਮੈਂ ਪਹਿਲਾਂ ਵੀ ਕਿਹਾ ਕਿ ਕਈ ਸਰਕਾਰ ਸਾਨੂੰ ਡਰਾਵੇ ਦਿੰਦੀ ਹੈ ਕਈ ਵਾਰੀ। ਅੱਜ ਨਿਊਜ਼ ਚੱਲ ਰਹੀ ਸੀ ਕਿ ਹਰਿਆਣੇ 'ਚ ਕਿਸਾਨਾਂ ਤੇ ਪਰਚੇ ਦਿੱਤੇ ਆ ਕਿ ਇਹਨਾਂ ਨੇ ਇਹ ਕਰਤਾ ਉਹ ਕਰਤਾ, ਸਾਨੂੰ ਡਰਾਵੇ ਪਰਚਿਆਂ ਦੇ। ਪੁਲਿਸ ਕਿਹਨਾਂ ਦੀ ਹੈ? ਪੁਲਿਸ ਵੀ ਤਾਂ ਸਾਡੀ ਹੈ ਨਾ, ਉਹ ਵੀ ਤਾਂ ਸਾਡੇ ਕਿਸਾਨਾਂ ਦੀ ਪੁੱਤ ਹੈ ਨਾ। ਕੋਈ ਚੱਕਰ ਨਹੀਂਗਾ। ਤੁਸੀਂ ਜਦੋਂ ਕਿਸਾਨੀ ਲਈ ਲੜ ਕੇ ਜਾਂਦੇ ਹੋ ਅੰਦਰ, ਜਾਂ ਹੁਣ ਦਿੱਲੀੋਂ ਕਹਿੰਦੇ ਕਿ ਕੇਸ ਪਾ ਕੇ ਅੰਦਰ ਕਰਾਂਗੇ, ਜਦੋਂ ਅੰਦਰ ਵੀ ਜਾਓਗੇ ਤੁਸੀਂ ਯੋਧੇ ਹੋ ਵੀਰੇ। ਤੁਹਾਡੇ ਲਈ ਨਾਰੇ ਲੱਗਣਗੇ ਅੰਦਰ ਕਿ ਸਾਡੇ ਯੋਧੇ ਸਾਡੇ ਲਈ ਲੜ ਰਹੇ ਆ ਬਾਹਰ। ਇਹ ਡਰਾਵਾ, ਇਹ ਸਿਸਟਮ ਸਰਕਾਰਾਂ ਜਿਹੜੀਆਂ ਉੱਤੋਂ ਚਲਾ ਰਹੀਆਂ, ਇਹਨਾਂ ਦੀਆਂ ਗਲਤ ਫਹਿਮੀਆਂ। ਤਾਂ ਕਿਤੇ ਨਾ ਕਿਤੇ ਮੈਂ ਬਹੁਤ ਧੰਨਵਾਦੀ ਹਾਂ। ਸਾਡਾ ਪੰਜਾਬ, ਸਾਰਾ ਪੰਜਾਬ, ਕਿੰਨੇ ਪਿਆਰ ਨਾਲ ਅਸੀਂ ਅੰਦੋਲਨਾਂ ਤੇ ਬੈਠੇ ਹਾਂ। ਅੱਧੇ ਪਰਿਵਾਰ ਦੇ ਮੈਂਬਰ ਦਿੱਲੀ ਬੈਠੇ ਹੁੰਦੇ ਆ, ਅੱਧੇ ਘਰ ਸਾਂਭ ਰਹੇ ਹੁੰਦੇ ਆ। ਕੁਛ ਦਿਨਾਂ ਬਾਅਦ ਉਹ ਬੰਦੇ ਵਾਪਸ ਆਉਂਦੇ ਆ। ਜ਼ਿੰਮੇਵਾਰੀ ਅਸੀਂ ਇੱਕ ਨੌਕਰੀ ਵਾਂਗੂ, ਜੋਬ ਵਾਂਗੂ ਕਰ ਰਹੇ ਹਾਂ। ਬਾਕੀ ਦੇ ਬੰਦੇ ਦਿੱਲੀ ਬੈਠਣਗੇ, ਬਾਕੀ ਦੇ ਬੰਦੇ ਆ ਕੇ ਘਰ ਸਾਂਭਣਗੇ। ਇਹ ਛੋਟੀਆਂ ਗੱਲਾਂ ਥੋੜ੍ਹੀ ਆ ਵੀਰੇ, ਸਾਰਾ ਪੰਜਾਬ ਬੈਠਾ ਹੈ। ਸਾਡੀ ਇੱਕ ਇੰਟਰਵਿਊ ਮੈਂ ਦੇਖਿਆ, ਸਾਡੀ ਬੇਬੇ ਕੋਈ ਰੋ ਰਹੀ ਸੀਗੀ ਕਿ ਪੁੱਤ ਸਾਡੇ ਤੋਂ ਇੱਕ ਦਿਨ ਘਰ ਨਹੀਂ ਛੱਡਿਆ ਜਾਂਦਾ। ਕਿਉਂਕਿ ਮੈਂ ਦੇਖਿਆ ਕਿ ਸਾਡੀ ਬੇਬੇ ਵੀ ਕਿਤੇ ਘਰੋਂ ਇੱਕ ਦਿਨ ਪੈਰ ਬਾਹਰ ਪਾਉਣਾ ਹੋਵੇ, ਉਹਨੂੰ ਐਂ ਲੱਗਦਾ ਕਿ ਮੇਰੇ ਇਹ ਨਹੀਂ ਕੰਮ ਹੋਣਾ, ਮੇਰੇ ਵੀ ਨਾ ਐਂ ਹੋ ਜੂ, ਪਸ਼ੂਆਂ ਦਾ ਹੋ ਜੂ। ਇੱਦਾਂ ਇੱਕ ਦਿਨ ਨਹੀਂ ਘਰ ਛੱਡਦੀਆਂ ਸਾਡੀਆਂ ਬੇਬੇ ਹੋਣੀਆਂ। ਮਹੀਨੇ ਦੇ ਕਰੀਬ ਉੱਥੇ ਬੈਠੀਆਂ, ਇੰਨੇ ਦਿਨ ਛੋਟੇ ਛੋਟੇ ਬੱਚਿਆਂ ਨੂੰ ਗੋਦ 'ਚ ਲੈ ਕੇ ਉੱਥੇ ਬੈਠੀਆਂ। ਇਹ ਛੋਟੀਆਂ ਗੱਲਾਂ ਨਹੀਂ ਆ। ਬੁਰਾ ਇਹ ਹੈ ਕਿ ਸਰਕਾਰਾਂ ਨੇ ਜ਼ੁਲਮ ਕਰਤਾ, ਪਰ ਚੰਗਾ ਇਹ ਆ ਅਸੀਂ ਇਕਜੁੱਟ ਹੋ ਗਏ। ਇਕੱਲੀ ਕਿਸਾਨੀ ਮੁੱਦਾ ਨਹੀਂ, ਕਿਸਾਨੀ ਤੋਂ ਬਾਅਦ
ਸਾਡੀ ਨਸਲ ਫਸਲ ਕਿਸੇ ਵੀ ਚੀਜ਼ ਲਈ ਹੋ, ਜਿੱਥੇ ਖੜਨਾ ਹੋਊਗਾ, ਜਿੱਥੇ ਵੀ ਖੜਨਾ ਹੋਊਗਾ, ਅਸੀਂ ਇੱਕ ਠੋਕ ਕੇ ਖੜਾਂਗੇ। ਸਾਡੀਆਂ ਕਲਮਾਂ ਵਿਕੀਆਂ ਨਹੀਂ ਗੀਆਂ, ਸਾਡੀਆਂ ਕਲਮਾਂ ਬੋਲਣਗੀਆਂ, ਕਿਉਂਕਿ ਅਸੀਂ ਦਿੱਤਾ ਪੰਜਾਬ ਦਾ ਖਾਂਦੇ ਹਾਂ, ਅਸੀਂ ਪੰਜਾਬ ਦੇ ਹੱਕ 'ਚ ਬੋਲਾਂਗੇ, ਸਾਡੇ ਮੁਲਕ ਦੇ ਕਿਸਾਨਾਂ ਦੇ ਹੱਕ 'ਚ ਬੋਲਾਂਗੇ। ਪੰਜਾਬ 'ਚ ਅਸੀਂ ਰਹਿਣ ਵਾਲੇ ਹਾਂ, ਕਿਉਂਕਿ ਬੰਦਾ ਬਾਹਰ ਦੀ ਚੀਜ਼, ਬਾਹਰ ਜੋ ਬੁਰਾਈਆਂ ਹੁੰਦੀਆਂ ਉਹਨਾਂ ਨੂੰ ਬਾਅਦ 'ਚ ਦੇਖਦਾ ਕਿ ਪਹਿਲਾਂ ਆਪਦਾ ਘਰ ਠੀਕ ਕਰਦਾ। ਸਭ ਤੋਂ ਪਹਿਲਾਂ ਅਸੀਂ ਆਪਦਾ ਘਰ ਠੀਕ ਕਰ ਰਹੇ ਹਾਂ। ਕਿਸੇ ਵੀ ਪਿੰਡ 'ਚ ਕੋਈ ਲੋੜ ਹੋਇਆ ਕਰੂਗੀ, ਤੁਸੀਂ ਜਾਗਰੂਕ ਲੋਕ ਹੋ, ਤੁਸੀਂ ਯੂਥ ਇੰਨੇ ਲੋਕ ਆ, ਤੁਸੀਂ ਸਾਡੀਆਂ ਇੱਕ ਠੋਕ ਕੇ ਡਿਊਟੀਆਂ ਲਾਇਆ ਕਰੋ ਕਿ ਵੀਰੇ ਫਲਾਣੇ ਪਿੰਡ 'ਚ ਇਸ ਚੀਜ਼ ਦੀ ਲੋੜ ਹੈ, ਖੜੋ। ਸਾਰੇ ਖੜਨਗੇ ਤੁਹਾਡੇ ਨਾਲ, ਸਾਰੇ 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 ਖੜਨਗੇ। ਤੇ ਕਿਆ ਬਾਤ ਹੈ, ਤੁਸੀਂ ਇੰਨਾ ਪਿਆਰ ਦੇ ਰਹੇ ਹੋ। ਮੈਨੂੰ ਸਾਰਿਆਂ ਦੇ ਕਮੈਂਟ ਪੜ੍ਹ ਨਹੀਂ ਪਾ ਰਿਹਾ, ਪਰ ਆ ਤੁਹਾਡੇ ਜਿਹੜੇ ਦਿਲ ਜੇ ਭੇਜ ਰਹੇ ਹੋ, ਲਵ ਯੂ। ਤਾਂ ਇੱਕ ਸ਼ਾਇਦ ਉਹ ਰਹਿ ਨਾ ਗਈ ਹੋਵੇ ਚੀਜ਼, ਤਾਂ ਉਹ ਮੇਰਾ ਸੁਨੇਹਾ ਜ਼ਰੂਰ ਉਸ ਪੁਲਿਸ ਮੁਲਾਜ਼ਮ ਤਾਈਂ ਲਾਇਓ ਜਿਹੜਾ ਵੀਰ ਪਟਿਆਲੇ CIA 'ਚ ਟਾਈਪ ਕਰ ਰਿਹਾ ਸੀ। ਉਹਦੀ ਕੋਈ ਡਿਊਟੀ ਹੈ ਮੇਰੇ ਵੀਰ ਦੀ, ਕੰਪਿਊਟਰ ਤੇ ਕੋਈ ਸ਼ਾਇਦ ਕੇਸ ਕੂਸ ਚੜਾਉਣੇ ਹੁੰਦੇ ਜਾਂ ਕੁਝ ਵੀ, ਜੋ ਵੀ ਜੋਬ ਹੈ ਉਹਨਾਂ ਦੀ। ਤਾਂ ਉਹਨਾਂ ਦੇ ਜੋ ਵੀ ਮੁੰਡੇ ਨੂੰ ਆਈਫੋਨ ਜੇ ਚਾਹੀਦਾ ਸੀਗਾ, ਮੈਨੂੰ ਰਿਸਪੈਕਟ ਹੈ ਤੁਹਾਡੀ ਇਮਾਨਦਾਰੀ ਤੇ ਤੁਸੀਂ ਪੰਜਾਬ ਲਈ ਸਾਡੇ ਲਈ ਖੜਦੇ ਹੋ। ਤਾਂ ਮੇਰੀ ਜ਼ਿੰਦਗੀ ਦੀ ਪਹਿਲੀ ਕਮਾਈ ਦਾ ਫੋਨ ਮੈਂ ਤੁਹਾਨੂੰ ਭੇਜ ਰਿਹਾ, ਪਿਆਰ ਸਮਝ ਕੇ। ਤੇ ਲਵ ਯੂ। ਮੈਂ ਪਹਿਲਾਂ ਵੀ ਸ਼ਾਇਦ ਉਹ ਵੀਡੀਓ 'ਚ ਆਇਆ ਜਾਂ ਨਹੀਂ, ਮੈਂ ਪਹਿਲਾਂ ਵੀ ਕਿਹਾ, ਕਿਉਂਕਿ ਇਹ ਰੁਕ ਜਾਂਦੀ ਹੈ ਵੀਡੀਓ। ਤਾਂ ਉਹ ਵੀਰ ਵੀ ਮਾਣ ਕਰੇ, ਜੇ ਤੁਸੀਂ ਪੰਜਾਬ ਪੁਲਿਸ ਦੇ ਬੱਚੇ ਹੋ ਤਾਂ ਤੁਸੀਂ ਮਾਣ ਕਰੋ ਤੁਹਾਡੇ ਮਾਪਿਆਂ ਤੇ। ਤੁਹਾਡੇ ਘਰ ਦੇ ਸਾਡੀ ਸੇਵਾ ਲਈ ਹੈ, ਤੁਹਾਡੇ ਘਰ ਦੇ ਸਾਡੇ ਲਈ ਰਾਤਾਂ ਨੂੰ ਸੜਕਾਂ ਤੇ ਹੁੰਦੇ ਆ। ਕਿਤੇ ਨਾ ਕਿਤੇ ਜੇ ਆਪਾਂ ਸਾਰੇ ਪੰਜਾਬ ਦਾ ਇੰਨਾ ਕਰਨ ਲੱਗ ਗਏ, ਸਾਡਾ ਪੰਜਾਬ ਸੋਨੇ ਦੀ ਚਿੜੀ ਬਣ ਜਾਣਾ। ਫਿਰ ਤੋਂ ਉਹੀ ਪਿਆਰ ਸਾਡੇ 'ਚ, ਏਕਾ ਤੁਸੀਂ ਦੇਖ ਰਹੇ ਹੋ ਕਿੰਨਾ ਇੱਕ ਹੈ ਅੱਜ ਪੰਜਾਬ 'ਚ। ਸਾਨੂੰ ਕਈ ਪਿੰਡਾਂ 'ਚ ਇੱਦਾਂ ਇਹ ਚੀਜ਼ ਚੱਲ ਰਹੀ ਹੈ ਕਿ ਕੁਛ ਘਰ ਜਿਹੜੇ ਉੱਥੇ ਰਹਿ ਰਹੇ ਆ, ਉਹ ਸਾਰੇ ਪਿੰਡ ਦੀ ਫਸਲ ਉਹ ਸਾਂਭ ਰਹੇ ਆ। ਕਿਸੇ ਰੇਹ ਸਪਰੇਅ ਕਰਨੀ ਆ ਉਹ ਕਰ ਰਹੇ ਆ ਕਿ ਤੁਸੀਂ ਦਿੱਲੀ ਬੈਠੋ, ਅਸੀਂ ਹੈਗੇ ਪਿੱਛੇ ਖੇਤੀ ਸਾਂਭਣ ਨੂੰ। ਇੰਨਾ ਪਿਆਰ, ਮੇਰੀ ਉਮਰ 24-25 ਸਾਲਾਂ ਦੀ ਹੈ ਹਜੇ, ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਕਿਤੇ ਇੰਨਾ ਏਕਾ। ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ। ਤੇ ਮੈਂ ਪ੍ਰਸ਼ਾਸਨ ਨਾਲ ਵੀ ਗੱਲ ਕਰਦਾ ਜੀ, ਤਾਂ ਮੇਰਾ ਇਹ ਮੈਸੇਜ ਜ਼ਰੂਰ ਉਹਨਾਂ ਤਾਈਂ ਲਾਓ। ਸੰਗਰੂਰ ਜੇਲ੍ਹ ਨੂੰ ਭੇਜ ਰਹੇ ਹਾਂ ਜੀ ਅਸੀਂ, ਜਿਵੇਂ ਪ੍ਰਸ਼ਾਸਨ ਸਾਡੀ ਜ਼ਿੰਮੇਵਾਰੀ ਲਾਊਗਾ। ਜੇਲ੍ਹ 'ਚ ਰੋਟੀਆਂ ਪਕਾਉਣ ਵਾਲੀ ਮਸ਼ੀਨ, ਜੋ ਵੀ ਤੁਹਾਡੀ ਖੁਸ਼ੀ ਲਈ ਉਹ ਭੇਜ ਰਹੇ ਹਾਂ ਅਸੀਂ। ਤੇ ਇਹ ਤੋਹਫਾ ਵੀ ਮੈਂ ਮੇਰੇ ਵੀਰ ਨੂੰ ਭੇਜ ਰਿਹਾ। ਲਵ ਯੂ। ਇੱਦਾਂ ਹੀ ਡਟ ਕੇ ਖੜਨਾ, ਆਪਾਂ ਦਬਣਾ ਨਹੀਂ। ਠੋਕ ਕੇ ਗਾਣੇ ਆਉਣਗੇ, ਠੋਕ ਆਉਣਗੇ। ਜੇਲ੍ਹ 'ਚ ਵੀ ਮੈਂ ਦੱਸ ਦਿਆਂ ਤੁਹਾਨੂੰ, ਘੱਟ ਤੋਂ ਘੱਟ 25-30 ਗਾਣੇ ਲਿਖੇ ਆਪਾਂ। ਮੈਂ ਨਾ ਗਾਣੇ ਠਾ ਗਾਣੇ ਆਉਣੇ ਆ, ਸਵਾਦ ਆਊਗਾ ਤੁਹਾਨੂੰ। ਕਿਸਾਨੀ ਤੇ ਗਾਣੇ ਆਉਣੇ ਆ, 2 ਲਿਖੀਆਂ ਆਪਾਂ ਫਿਲਮਾਂ, ਪਾਰ ਕੰਮ। ਕਿਉਂਕਿ ਮੈਨੂੰ ਬੜਾ ਹੋਇਆ ਪਿਆ ਸੀ ਕਈ ਦਿਨਾਂ ਦਾ ਨਾ, ਮੈਂ ਗਾਣੇ ਕਈ ਦਿਨਾਂ ਦਾ ਹੁੰਦਾ ਸੀ ਭੱਜ ਦੌੜ, ਉੱਥੇ ਫੇਰ ਕਿਸਾਨੀ ਤੇ ਗਾਣੇ ਲਿਖੇ ਆਪਾਂ। ਆਉਣਗੇ ਸੋਹਣੀਆਂ ਚੀਜ਼ਾਂ, ਕੋਈ ਚੱਕਰ ਨਹੀਂ। ਬਾਬਾ ਮਿਹਰ ਕਰੇ। ਚੰਗੇ ਮਾੜਾ ਟਾਈਮ ਹਰ ਬੰਦੇ ਤੇ ਆਉਂਦਾ, ਆਪਾਂ ਦਬਣਾ ਨਹੀਂ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ, ਜਾਂ ਉਹਨੂੰ ਬੁਰਾਈ 'ਚ ਲੈ ਜਾਓ ਜਾਂ ਚੰਗੇ 'ਚ ਲੈ ਜਾਓ। ਇਸ ਟਾਈਮ ਤੁਸੀਂ ਸਾਥ ਦਿੱਤਾ। ਇੱਕ ਮੈਂ ਵੀਰ ਦੀ ਵੀਡੀਓ ਦੇਖ ਰਿਹਾ ਸੀਗਾ, ਛੋਟਾ ਜਿਹਾ ਬੱਚਾ ਨਾਅਰੇ ਲਾ ਰਿਹਾ ਸੀਗਾ। ਮੈਨੂੰ ਪਿਆਰ ਹੈ, ਰਿਸਪੈਕਟ ਹੈ ਤੁਹਾਡੇ ਲਈ ਦਿਲੋਂ। ਜਦੋਂ ਤੁਸੀਂ ਇੰਨਾ ਪਿਆਰ ਕਰਦੇ ਹੋ, ਕਿਤੇ ਨਾ ਕਿਤੇ ਸਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ। ਮੈਨੂੰ ਇਹ ਹੈ ਕਿ ਮੈਂ ਤੁਹਾਡੀਆਂ ਸੋਚਾਂ ਤੇ ਤੁਹਾਡੀਆਂ ਗੱਲਾਂ ਤੇ ਖਰਾ ਉਤਰਾਂ। ਤੇ ਲਵ ਯੂ ਹੈ ਜੀ, ਲਵ ਯੂ। ਬਾਕੀ ਕਿਸਾਨੀ ਜਥੇਬੰਦੀਆਂ, ਲਾਈਵ ਥੋੜਾ ਨੈਟਵਰਕ ਦੀ ਪ੍ਰੋਬਲਮ ਆਉਂਦੀ ਹੈ ਮੈਨੂੰ ਲੱਗਿਆ। ਸਹੀ ਹੈ।
ਤਾਂ ਸੋ ਆਪਣੀ ਗੱਲ ਜਿਹੜੀ ਵਿਚਾਲੇ ਰਹਿ ਗਈ, ਮੈਨੂੰ ਨਹੀਂ ਪਤਾ ਕਿ ਗੱਲ ਕਿੱਥੇ ਮੈਂ ਗੱਲ ਕਰਦਾ ਰਿਹਾ ਤੇ ਉਹ ਸ਼ਾਇਦ ਬੰਦ ਹੋ ਗਿਆ ਸੀ। ਸੋ ਪੁਲਿਸ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਹੀ ਪੁੱਤ ਹੈ। ਜੇ ਆਰਮੀ ਲਾਉਂਦੇ ਆ ਉਹ ਅੱਗੇ ਸਾਡੇ, ਤਾਂ ਵੀ ਉਹ ਕਿਸਾਨਾਂ ਦੇ ਹੀ ਪੁੱਤ ਹੈ। ਕਈ ਵਾਰੀ ਹੁਣ ਜੇ ਸਾਡੇ ਹੁਣ ਕਿਸਾਨ ਉੱਥੇ ਬੈਠੇ ਆ, ਜਿੰਨੇ ਵੀਰ ਭਰਾ, ਰਾਮ ਰਾਮ ਭਾਈ, ਰਾਮ ਰਾਮ, ਕਿਆ ਬਾਤ ਹੈ, ਲਵ ਯੂ, ਜਿੰਨੇ ਵੀਰ ਭਰਾ ਬੈਠੇ ਆ, ਸਾਡੇ ਬਜ਼ੁਰਗ ਬੈਠੇ ਆ, ਅੱਗੇ ਜਿਹੜੀ ਆਰਮੀ ਵੀ ਲੱਗੀ ਹੈ ਉਹ ਪੁੱਤ ਤਾਂ ਕਿਸਾਨਾਂ ਦੇ ਹੀ ਹੈ ਨਾ। ਕਿਤੇ ਨਾ ਕਿਤੇ ਉਹਨਾਂ ਦੇ ਦਿਲਾਂ 'ਚ ਥਾਂ ਤਾਂ ਹੈਗੀ ਹੈ ਸਾਡੇ ਲਈ। ਕਈ ਵਾਰੀ ਉਹਨਾਂ ਦੀ ਮਜਬੂਰੀ ਹੈ ਉੱਥੇ ਖੜਨਾ। ਉਹਨਾਂ ਨੂੰ ਜੇ ਸਰਕਾਰ ਉੱਤੋਂ ਆਰਡਰ ਲਾਉਂਦੀ ਹੈ, ਉਹ ਵਿਚਾਰੇ ਕੀ ਕਰਨ। ਉਹ ਵੀ ਇੱਕ ਉਹਨਾਂ ਦੀ ਜੋਬ ਹੈ, ਉਸ ਨਾਲ ਵੀ ਉਹ ਵੀ ਧਰਮ ਵਰਗੀ ਚੀਜ਼ ਹੁੰਦੀ ਆ। ਉਹ ਵੀ ਇੱਕ ਉਹਨਾਂ ਦਾ ਧਰਮ ਹੈ, ਉਸ ਤੋਂ ਪਿੱਛੇ ਨਹੀਂ ਹਟ ਸਕਦੇ ਜੇ। ਪਰ ਹਾਂ, ਉਹਨਾਂ ਦੇ ਦਿਲਾਂ 'ਚ ਤੁਹਾਡੇ ਲਈ ਪਿਆਰ ਹੈ। ਪੰਜਾਬ ਪੁਲਿਸ ਦਾ ਮੈਂ ਬਹੁਤ ਧੰਨਵਾਦੀ ਹਾਂ। ਇੰਨਾ ਉਹਨਾਂ ਨੇ ਪਿਆਰ ਨਾਲ ਮੈਨੂੰ ਰੱਖਿਆ ਕਿ ਮੈਂ, ਬੜੇ ਵਿਚਾਰੇ ਮੁਲਾਜ਼ਮ ਇਹੋ ਜਿਹੇ ਸੀਗੇ, ਮੈਂ ਸ਼ਾਇਦ ਪਹਿਲਾਂ YouTube ਰੁਕ ਗਿਆ ਸੀਗਾ ਜਾਂ ਕਿਵੇਂ, ਮੈਂ ਉਦੋਂ ਵੀ ਦੱਸਿਆ ਕਿ ਇੱਕ ਵੀਰ, ਮੈਨੂੰ ਨਾਮ ਨਹੀਂ ਪਤਾ ਭਰਾ ਦਾ, ਮੈਂ ਸੁੱਤਾ ਪਿਆ ਸੀ, ਮੈਨੂੰ ਯਾਦ ਹੈ ਕਿ ਉਹਨੇ, ਮੇਰਾ ਸਿਰ ਦਰਦ ਕਰ ਰਿਹਾ ਸੀ ਤਾਂ ਮੇਰਾ ਪਏ ਦਾ ਉਹਨੇ ਸਿਰ ਦਬਾਇਆ ਤੇ ਮੈਨੂੰ ਕਿਹਾ ਕਿ ਤੂੰ ਬੱਚਿਆਂ ਵਰਗਾ ਤੇ ਤੈਨੂੰ ਸਾਡੇ ਬੱਚੇ ਬਹੁਤ ਪਿਆਰ ਕਰਦੇ ਆ। ਕਿਸਾਨ ਐਂਥਮ ਹੈ ਤੇਰਾ ਗਾਣਾ, ਸਾਰਿਆਂ ਨੇ ਸੁਣਿਆ। ਜੇ ਮੈਂ ਜੇਲ੍ਹ 'ਚ ਵੀ ਗਿਆ, ਇੱਕ ਦਿਨ ਮੈਂ ਜੇਲ੍ਹ 'ਚ ਥੋੜ੍ਹਾ, ਜਦੋਂ ਮੈਨੂੰ ਸੰਗਰੂਰ ਜੇਲ੍ਹ 'ਚ ਛੱਡਣਾ ਸੀਗਾ, ਤਾਂ ਮੈਂ ਨਾ ਰਾਤ ਨੂੰ ਜ਼ਿਆਦਾ ਲੇਟ ਹੋਣ ਕਰਕੇ ਤੇ ਦੂਜੇ ਦਿਨ ਤੇ ਗਈ ਗੱਲ, ਕਿਉਂਕਿ ਟੀਵੀ 'ਚ ਨਿਊਜ਼ ਆਉਂਦੀ ਸੀ, ਸਾਰੇ ਅੰਦਰ ਦੇਖਦੇ ਸੀ। ਜਿਉਂ ਮੈਨੂੰ ਦੂਜੇ ਦਿਨ ਜੇਲ੍ਹ 'ਚ ਸੰਗਰੂਰ ਛੱਡਣ ਗਏ ਤਾਂ ਉੱਥੇ ਬੜੇ ਸਾਰੇ ਲੋਕ ਸਾਹਮਣੇ ਖੜੇ ਸੀ, ਕਹਿੰਦੇ ਕਿ ਅਸੀਂ ਕੱਲ੍ਹ ਵੀ ਬੜਾ ਲੇਟ ਤੱਕ ਡੀਕਦੇ ਰਹੇ ਵੀ ਸ਼੍ਰੀ ਬਰਾੜ ਵੀਰਾ ਆਊਗਾ ਅੰਦਰ। ਤੇ ਉਹਨਾਂ ਨੇ ਇੰਨਾ ਪਿਆਰ ਦਿੱਤਾ ਸਾਰਿਆਂ ਨੇ। ਜੇਲ੍ਹ ਦਾ ਪ੍ਰਸ਼ਾਸਨ ਇੰਨਾ ਵਧੀਆ ਉਹਨਾਂ ਦਾ ਵਿਵਹਾਰ ਹੈਗਾ, ਇੰਨੇ ਵਧੀਆ ਲੋਕ ਹੈਗੇ ਆ ਉਹ। ਮੈਨੂੰ ਅੰਦਰ ਹਰ ਟਾਈਮ ਉਹਨਾਂ ਨੇ ਪੁੱਛਣਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਮੈਂ ਪਹਿਲਾਂ ਵੀ ਕਿਹਾ ਕਿ ਕਈ ਸਰਕਾਰ ਸਾਨੂੰ ਡਰਾਵੇ ਦਿੰਦੀ ਹੈ ਕਈ ਵਾਰੀ। ਅੱਜ ਨਿਊਜ਼ ਚੱਲ ਰਹੀ ਸੀ ਕਿ ਹਰਿਆਣੇ 'ਚ ਕਿਸਾਨਾਂ ਤੇ ਪਰਚੇ ਦਿੱਤੇ ਆ ਕਿ ਇਹਨਾਂ ਨੇ ਇਹ ਕਰਤਾ ਉਹ ਕਰਤਾ, ਸਾਨੂੰ ਡਰਾਵੇ ਪਰਚਿਆਂ ਦੇ। ਪੁਲਿਸ ਕਿਹਨਾਂ ਦੀ ਹੈ? ਪੁਲਿਸ ਵੀ ਤਾਂ ਸਾਡੀ ਹੈ ਨਾ, ਉਹ ਵੀ ਤਾਂ ਸਾਡੇ ਕਿਸਾਨਾਂ ਦੀ ਪੁੱਤ ਹੈ ਨਾ। ਕੋਈ ਚੱਕਰ ਨਹੀਂਗਾ। ਤੁਸੀਂ ਜਦੋਂ ਕਿਸਾਨੀ ਲਈ ਲੜ ਕੇ ਜਾਂਦੇ ਹੋ ਅੰਦਰ, ਜਾਂ ਹੁਣ ਦਿੱਲੀੋਂ ਕਹਿੰਦੇ ਕਿ ਕੇਸ ਪਾ ਕੇ ਅੰਦਰ ਕਰਾਂਗੇ, ਜਦੋਂ ਅੰਦਰ ਵੀ ਜਾਓਗੇ ਤੁਸੀਂ ਯੋਧੇ ਹੋ ਵੀਰੇ। ਤੁਹਾਡੇ ਲਈ ਨਾਰੇ ਲੱਗਣਗੇ ਅੰਦਰ ਕਿ ਸਾਡੇ ਯੋਧੇ ਸਾਡੇ ਲਈ ਲੜ ਰਹੇ ਆ ਬਾਹਰ। ਇਹ ਡਰਾਵਾ, ਇਹ ਸਿਸਟਮ ਸਰਕਾਰਾਂ ਜਿਹੜੀਆਂ ਉੱਤੋਂ ਚਲਾ ਰਹੀਆਂ, ਇਹਨਾਂ ਦੀਆਂ ਗਲਤ ਫਹਿਮੀਆਂ। ਤਾਂ ਕਿਤੇ ਨਾ ਕਿਤੇ ਮੈਂ ਬਹੁਤ ਧੰਨਵਾਦੀ ਹਾਂ। ਸਾਡਾ ਪੰਜਾਬ, ਸਾਰਾ ਪੰਜਾਬ, ਕਿੰਨੇ ਪਿਆਰ ਨਾਲ ਅਸੀਂ ਅੰਦੋਲਨਾਂ ਤੇ ਬੈਠੇ ਹਾਂ। ਅੱਧੇ ਪਰਿਵਾਰ ਦੇ ਮੈਂਬਰ ਦਿੱਲੀ ਬੈਠੇ ਹੁੰਦੇ ਆ, ਅੱਧੇ ਘਰ ਸਾਂਭ ਰਹੇ ਹੁੰਦੇ ਆ। ਕੁਛ ਦਿਨਾਂ ਬਾਅਦ ਉਹ ਬੰਦੇ ਵਾਪਸ ਆਉਂਦੇ ਆ। ਜ਼ਿੰਮੇਵਾਰੀ ਅਸੀਂ ਇੱਕ ਨੌਕਰੀ ਵਾਂਗ, ਜੋਬ ਵਾਂਗ ਕਰ ਰਹੇ ਹਾਂ। ਬਾਕੀ ਦੇ ਬੰਦੇ ਦਿੱਲੀ ਬੈਠਣਗੇ, ਬਾਕੀ ਦੇ ਬੰਦੇ ਆ ਕੇ ਘਰ ਸਾਂਭਣਗੇ। ਇਹ ਛੋਟੀਆਂ ਗੱਲਾਂ ਥੋੜ੍ਹੀ ਆ ਵੀਰੇ, ਸਾਰਾ ਪੰਜਾਬ ਬੈਠਾ। ਸਾਡੀ ਇੱਕ ਇੰਟਰਵਿਊ ਮੈਂ ਦੇਖਿਆ, ਸਾਡੀ ਬੇਬੇ ਕੋਈ ਰੋ ਰਹੀ ਸੀਗੀ ਕਿ ਪੁੱਤ ਸਾਡੇ ਤੋਂ ਇੱਕ ਦਿਨ ਘਰ ਨਹੀਂ ਛੱਡਿਆ ਜਾਂਦਾ। ਕਿਉਂਕਿ ਮੈਂ ਦੇਖਿਆ ਕਿ ਸਾਡੀ ਬੇਬੇ ਵੀ ਕਿਤੇ ਘਰੋਂ ਇੱਕ ਦਿਨ ਪੈਰ ਬਾਹਰ ਪਾਉਣਾ ਹੋਵੇ, ਉਹਨੂੰ ਐਂ ਲੱਗਦਾ ਕਿ ਮੇਰੇ ਇਹ ਨਹੀਂ ਕੰਮ ਹੋਣਾ, ਮੇਰੇ ਵੀ ਨਾ ਐਂ ਹੋ ਜੂ, ਪਸ਼ੂਆਂ ਦਾ ਹੋ ਜੂ। ਇੱਦਾਂ ਇੱਕ ਦਿਨ ਨਹੀਂ ਘਰ ਛੱਡਦੀਆਂ ਸਾਡੀਆਂ ਬੇਬੇ ਹੋਣੀਆਂ। ਮਹੀਨੇ ਦੇ ਕਰੀਬ ਉੱਥੇ ਬੈਠੀਆਂ, ਇੰਨੇ ਦਿਨ ਛੋਟੇ ਛੋਟੇ ਬੱਚਿਆਂ ਨੂੰ ਗੋਦ 'ਚ ਲੈ ਕੇ ਉੱਥੇ ਬੈਠੀਆਂ। ਇਹ ਛੋਟੀਆਂ ਗੱਲਾਂ ਨਹੀਂ ਗੀਆਂ। ਬੁਰਾ ਇਹ ਹੈ ਕਿ ਸਰਕਾਰਾਂ ਨੇ ਜ਼ੁਲਮ ਕਰਤਾ, ਪਰ ਚੰਗਾ ਇਹ ਆ ਅਸੀਂ ਇਕਜੁੱਟ ਹੋ ਗਏ। ਇਕੱਲੀ ਕਿਸਾਨੀ ਮੁੱਦਾ ਨਹੀਂ, ਕਿਸਾਨੀ ਤੋਂ ਬਾਅਦ ਸਾਡੀ ਨਸਲ, ਫਸਲ, ਕਿਸੇ ਵੀ ਚੀਜ਼ ਲਈ ਜਿੱਥੇ ਖੜਨਾ ਹੋਊਗਾ, ਜਿੱਥੇ ਵੀ ਖੜਨਾ ਹੋਊਗਾ, ਅਸੀਂ ਇੱਕ ਠੋਕ ਕੇ ਖੜਾਂਗੇ। ਸਾਡੀਆਂ ਕਲਮਾਂ ਵਿਕੀਆਂ ਨਹੀਂ ਗੀਆਂ, ਸਾਡੀਆਂ ਕਲਮਾਂ ਬੋਲਣਗੀਆਂ, ਕਿਉਂਕਿ
ਅਸੀਂ ਦਿੱਤਾ ਪੰਜਾਬ ਦਾ ਖਾਂਦੇ ਹਾਂ, ਅਸੀਂ ਪੰਜਾਬ ਦੇ ਹੱਕ 'ਚ ਬੋਲਾਂਗੇ, ਸਾਡੇ ਮੁਲਕ ਦੇ ਕਿਸਾਨਾਂ ਦੇ ਹੱਕ 'ਚ ਬੋਲਾਂਗੇ। ਪੰਜਾਬ 'ਚ ਅਸੀਂ ਰਹਿਣ ਵਾਲੇ ਹਾਂ, ਕਿਉਂਕਿ ਬੰਦਾ ਬਾਹਰ ਦੀ ਚੀਜ਼, ਬਾਹਰ ਜੋ ਬੁਰਾਈਆਂ ਹੁੰਦੀਆਂ ਉਹਨਾਂ ਨੂੰ ਬਾਅਦ 'ਚ ਦੇਖਦਾ ਕਿ ਪਹਿਲਾਂ ਆਪਦਾ ਘਰ ਠੀਕ ਕਰਦਾ। ਸਭ ਤੋਂ ਪਹਿਲਾਂ ਅਸੀਂ ਆਪਦਾ ਘਰ ਠੀਕ ਕਰ ਰਹੇ ਹਾਂ। ਕਿਸੇ ਵੀ ਪਿੰਡ 'ਚ ਕੋਈ ਲੋੜ ਹੋਇਆ ਕਰੂਗੀ, ਤੁਸੀਂ ਜਾਗਰੂਕ ਲੋਕ ਹੋ, ਤੁਸੀਂ ਯੂਥ ਇੰਨੇ ਲੋਕ ਆ, ਤੁਸੀਂ ਸਾਡੀਆਂ ਇੱਕ ਠੋਕ ਕੇ ਡਿਊਟੀਆਂ ਲਾਇਆ ਕਰੋ ਕਿ ਵੀਰੇ ਫਲਾਣੇ ਪਿੰਡ 'ਚ ਇਸ ਚੀਜ਼ ਦੀ ਲੋੜ ਹੈ, ਖੜੋ। ਸਾਰੇ ਖੜਨਗੇ ਤੁਹਾਡੇ ਨਾਲ, ਸਾਰੇ 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 ਖੜਨਗੇ। ਤੇ ਕਿਆ ਬਾਤ ਹੈ, ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮੈਨੂੰ। ਸਾਰਿਆਂ ਦੇ ਕਮੈਂਟ ਪੜ੍ਹ ਨਹੀਂ ਪਾ ਰਿਹਾ, ਪਰ ਆ ਤੁਹਾਡੇ ਜਿਹੜੇ ਦਿਲ ਜੇ ਭੇਜ ਰਹੇ ਹੋ, ਲਵ ਯੂ। ਤਾਂ ਇੱਕ ਸ਼ਾਇਦ ਉਹ ਰਹਿ ਨਾ ਗਈ ਹੋਵੇ ਚੀਜ਼, ਤਾਂ ਉਹ ਮੇਰਾ ਸੁਨੇਹਾ ਜ਼ਰੂਰ ਉਸ ਪੁਲਿਸ ਮੁਲਾਜ਼ਮ ਤਾਈਂ ਲਾਇਓ ਜਿਹੜਾ ਵੀਰ ਪਟਿਆਲੇ CIA 'ਚ ਟਾਈਪ ਕਰ ਰਿਹਾ ਸੀ। ਉਹਦੀ ਕੋਈ ਡਿਊਟੀ ਹੈ ਮੇਰੇ ਵੀਰ ਦੀ, ਕੰਪਿਊਟਰ ਤੇ ਕੋਈ ਸ਼ਾਇਦ ਕੇਸ ਕੂਸ ਚੜਾਉਣੇ ਹੁੰਦੇ ਜਾਂ ਕੁਝ ਵੀ, ਜੋ ਵੀ ਜੋਬ ਹੈ ਉਹਨਾਂ ਦੀ। ਤਾਂ ਉਹਨਾਂ ਦੇ ਜੋ ਵੀ ਮੁੰਡੇ ਨੂੰ ਆਈਫੋਨ ਚਾਹੀਦਾ ਸੀਗਾ, ਮੈਨੂੰ ਰਿਸਪੈਕਟ ਹੈ ਤੁਹਾਡੀ ਇਮਾਨਦਾਰੀ ਤੇ ਤੁਸੀਂ ਪੰਜਾਬ ਲਈ ਸਾਡੇ ਲਈ ਖੜਦੇ ਹੋ। ਤਾਂ ਮੇਰੀ ਜ਼ਿੰਦਗੀ ਦੀ ਪਹਿਲੀ ਕਮਾਈ ਦਾ ਫੋਨ ਮੈਂ ਤੁਹਾਨੂੰ ਭੇਜ ਰਿਹਾ, ਪਿਆਰ ਸਮਝ ਕੇ। ਤੇ ਲਵ ਯੂ। ਮੈਂ ਪਹਿਲਾਂ ਵੀ ਸ਼ਾਇਦ ਉਹ ਵੀਡੀਓ 'ਚ ਆਇਆ ਜਾਂ ਨਹੀਂ, ਮੈਂ ਪਹਿਲਾਂ ਵੀ ਕਿਹਾ, ਕਿਉਂਕਿ ਇਹ ਰੁਕ ਜਾਂਦੀ ਹੈ ਵੀਡੀਓ। ਤਾਂ ਉਹ ਵੀਰ ਵੀ ਮਾਣ ਕਰੇ, ਜੇ ਤੁਸੀਂ ਪੰਜਾਬ ਪੁਲਿਸ ਦੇ ਬੱਚੇ ਹੋ ਤਾਂ ਤੁਸੀਂ ਮਾਣ ਕਰੋ ਤੁਹਾਡੇ ਮਾਪਿਆਂ ਤੇ। ਤੁਹਾਡੇ ਘਰ ਦੇ ਸਾਡੀ ਸੇਵਾ ਲਈ ਹੈ, ਤੁਹਾਡੇ ਘਰ ਦੇ ਸਾਡੇ ਲਈ ਰਾਤਾਂ ਨੂੰ ਸੜਕਾਂ ਤੇ ਹੁੰਦੇ ਆ। ਕਿਤੇ ਨਾ ਕਿਤੇ ਜੇ ਆਪਾਂ ਸਾਰੇ ਪੰਜਾਬ ਦਾ ਇੰਨਾ ਕਰਨ ਲੱਗ ਗਏ, ਸਾਡਾ ਪੰਜਾਬ ਸੋਨੇ ਦੀ ਚਿੜੀ ਬਣ ਜਾਣਾ ਫਿਰ ਤੋਂ। ਇਹ ਫਿਰ ਤੋਂ ਉਹੀ ਪਿਆਰ ਸਾਡੇ 'ਚ, ਏਕਾ ਤੁਸੀਂ ਦੇਖ ਰਹੇ ਹੋ ਕਿੰਨਾ ਏਕਾ ਅੱਜ ਪੰਜਾਬ 'ਚ। ਸਾਨੂੰ ਕਈ ਪਿੰਡਾਂ 'ਚ ਇੱਦਾਂ ਇਹ ਚੀਜ਼ ਚੱਲ ਰਹੀ ਹੈ ਕਿ ਕੁਛ ਘਰ ਜਿਹੜੇ ਉੱਥੇ ਰਹਿ ਰਹੇ ਆ, ਉਹ ਸਾਰੇ ਪਿੰਡ ਦੀ ਫਸਲ ਉਹ ਸਾਂਭ ਰਹੇ ਆ। ਕਿਸੇ ਰੇ ਸਪਰੇਅ ਕਰਨੀ ਆ ਉਹ ਕਰ ਰਹੇ ਆ ਕਿ ਤੁਸੀਂ ਦਿੱਲੀ ਬੈਠੋ, ਅਸੀਂ ਹੈਗੇ ਪਿੱਛੇ ਖੇਤੀ ਸਾਂਭਣ ਨੂੰ। ਇੰਨਾ ਪਿਆਰ ਮੇਰੀ ਉਮਰ 24-25 ਸਾਲਾਂ ਦੀ ਹੈ, ਹਜੇ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਕਿਤੇ ਇੰਨਾ ਏਕਾ। ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ। ਤੇ ਮੈਂ ਪ੍ਰਸ਼ਾਸਨ ਨਾਲ ਵੀ ਗੱਲ ਕਰਦਾ ਜੀ, ਤਾਂ ਮੇਰਾ ਇਹ ਮੈਸੇਜ ਜ਼ਰੂਰ ਉਹਨਾਂ ਤਾਈਂ ਲਾਓ। ਸੰਗਰੂਰ ਜੇਲ੍ਹ ਨੂੰ ਭੇਜ ਰਹੇ ਹਾਂ ਜੀ ਅਸੀਂ, ਜਿਵੇਂ ਪ੍ਰਸ਼ਾਸਨ ਸਾਡੀ ਜ਼ਿੰਮੇਵਾਰੀ ਲਾਊਗਾ। ਜੇਲ੍ਹ 'ਚ ਰੋਟੀਆਂ ਪਕਾਉਣ ਵਾਲੀ ਮਸ਼ੀਨ, ਜੋ ਵੀ ਤੁਹਾਡੀ ਖੁਸ਼ੀ ਲਈ ਉਹ ਭੇਜ ਰਹੇ ਹਾਂ ਅਸੀਂ। ਤੇ ਇਹ ਤੋਹਫਾ ਵੀ ਮੈਂ ਮੇਰੇ ਵੀਰ ਨੂੰ ਭੇਜ ਰਿਹਾ। ਲਵ ਯੂ। ਇੱਦਾਂ ਹੀ ਡਟ ਕੇ ਖੜਨਾ ਆਪਾਂ ਦਬਣਾ ਨਹੀਂ। ਠੋਕ ਕੇ ਗਾਣੇ ਆਉਣਗੇ, ਠੋਕ ਆਉਣਗੇ। ਜੇਲ੍ਹ 'ਚ ਵੀ ਮੈਂ ਦੱਸ ਦਿਆਂ ਤੁਹਾਨੂੰ, ਘੱਟ ਤੋਂ ਘੱਟ 25-30 ਗਾਣੇ ਲਿਖੇ ਆਪਾਂ। ਮੈਂ ਨਾ ਗਾਣੇ ਠਾ ਗਾਣੇ ਆਉਣੇ ਆ, ਸਵਾਦ ਆਊਗਾ ਤੁਹਾਨੂੰ। ਕਿਸਾਨੀ ਤੇ ਗਾਣੇ ਆਉਣੇ ਆ, 2 ਲਿਖੀਆਂ ਆਪਾਂ ਫਿਲਮਾਂ, ਪਾਰ ਕੰਮ। ਕਿਉਂਕਿ ਮੈਨੂੰ ਬੜਾ ਹੋਇਆ ਪਿਆ ਸੀ ਕਈ ਦਿਨਾਂ ਦਾ ਨਾ, ਮੈਂ ਗਾਣੇ ਕਈ ਦਿਨਾਂ ਦਾ ਹੁੰਦਾ ਸੀ ਭੱਜ ਦੌੜ, ਉੱਥੇ ਫੇਰ ਕਿਸਾਨੀ ਤੇ ਗਾਣੇ ਲਿਖੇ ਆਪਾਂ। ਆਉਣਗੇ ਸੋਹਣੀਆਂ ਚੀਜ਼ਾਂ, ਕੋਈ ਚੱਕਰ ਨਹੀਂ। ਬਾਬਾ ਮਿਹਰ ਕਰੇ। ਚੰਗੇ ਮਾੜਾ ਟਾਈਮ ਹਰ ਬੰਦੇ ਤੇ ਆਉਂਦਾ, ਆਪਾਂ ਦਬਣਾ ਨਹੀਂ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ, ਜਾਂ ਉਹਨੂੰ ਬੁਰਾਈ 'ਚ ਲੈ ਜਾਓ ਜਾਂ ਚੰਗੇ 'ਚ ਲੈ ਜਾਓ। ਇਸ ਟਾਈਮ ਤੁਸੀਂ ਸਾਥ ਦਿੱਤਾ। ਇੱਕ ਮੈਂ ਵੀਰ ਦੀ ਵੀਡੀਓ ਦੇਖ ਰਿਹਾ ਸੀਗਾ, ਛੋਟਾ ਜਿਹਾ ਬੱਚਾ ਨਾਅਰੇ ਲਾ ਰਿਹਾ ਸੀਗਾ। ਮੈਨੂੰ ਪਿਆਰ ਹੈ, ਰਿਸਪੈਕਟ ਹੈ ਤੁਹਾਡੇ ਲਈ ਦਿਲੋਂ। ਜਦੋਂ ਤੁਸੀਂ ਇੰਨਾ ਪਿਆਰ ਕਰਦੇ ਹੋ, ਕਿਤੇ ਨਾ ਕਿਤੇ ਸਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ। ਮੈਨੂੰ ਇਹ ਹੈ ਕਿ ਮੈਂ ਤੁਹਾਡੀਆਂ ਸੋਚਾਂ ਤੇ ਤੁਹਾਡੀਆਂ ਗੱਲਾਂ ਤੇ ਖਰਾ ਉਤਰਾਂ। ਤੇ ਲਵ ਯੂ ਹੈ ਜੀ, ਲਵ ਯੂ। ਬਾਕੀ ਕਿਸਾਨੀ ਜਥੇਬੰਦੀਆਂ ਲਾਈਵ ਥੋੜਾ ਨੈਟਵਰਕ ਦੀ ਪ੍ਰੋਬਲਮ ਆਉਂਦੀ ਹੈ ਮੈਨੂੰ ਲੱਗਿਆ। ਸਹੀ ਹੈ। ਤਾਂ ਸੋ ਆਪਣੀ ਗੱਲ ਜਿਹੜੀ ਵਿਚਾਲੇ ਰਹਿ ਗਈ, ਮੈਨੂੰ ਨਹੀਂ ਪਤਾ ਕਿ ਗੱਲ ਕਿੱਥੇ ਮੈਂ ਗੱਲ ਕਰਦਾ ਰਿਹਾ ਤੇ ਉਹ ਸ਼ਾਇਦ ਬੰਦ ਹੋ ਗਿਆ ਸੀ। ਸੋ ਪੁਲਿਸ ਵੀ ਕਿਤੇ ਨਾ ਕਿਤੇ
ਕਿਸਾਨਾਂ ਦੇ ਹੀ ਪੁੱਤ ਹੈ। ਜੇ ਆਰਮੀ ਲਾਉਂਦੇ ਆ ਉਹ ਅੱਗੇ ਸਾਡੇ, ਤਾਂ ਵੀ ਉਹ ਕਿਸਾਨਾਂ ਦੇ ਹੀ ਪੁੱਤ ਹੈ। ਕਈ ਵਾਰੀ ਹੁਣ ਜੇ ਸਾਡੇ ਹੁਣ ਕਿਸਾਨ ਉੱਥੇ ਬੈਠੇ ਆ, ਜਿੰਨੇ ਵੀਰ ਭਰਾ, ਰਾਮ ਰਾਮ ਭਾਈ, ਰਾਮ ਰਾਮ, ਕਿਆ ਬਾਤ ਹੈ, ਲਵ ਯੂ, ਜਿੰਨੇ ਵੀਰ ਭਰਾ ਬੈਠੇ ਆ, ਸਾਡੇ ਬਜ਼ੁਰਗ ਬੈਠੇ ਆ, ਅੱਗੇ ਜਿਹੜੀ ਆਰਮੀ ਵੀ ਲੱਗੀ ਹੈ ਉਹ ਪੁੱਤ ਤਾਂ ਕਿਸਾਨਾਂ ਦੇ ਹੀ ਹੈ ਨਾ। ਕਿਤੇ ਨਾ ਕਿਤੇ ਉਹਨਾਂ ਦੇ ਦਿਲਾਂ 'ਚ ਥਾਂ ਤਾਂ ਹੈਗੀ ਹੈ ਸਾਡੇ ਲਈ। ਕਈ ਵਾਰੀ ਉਹਨਾਂ ਦੀ ਮਜਬੂਰੀ ਹੈ ਉੱਥੇ ਖੜਨਾ। ਉਹਨਾਂ ਨੂੰ ਜੇ ਸਰਕਾਰ ਉੱਤੋਂ ਆਰਡਰ ਲਾਉਂਦੀ ਹੈ, ਉਹ ਵਿਚਾਰੇ ਕੀ ਕਰਨ। ਉਹ ਵੀ ਇੱਕ ਉਹਨਾਂ ਦੀ ਜੋਬ ਹੈ, ਉਸ ਨਾਲ ਵੀ ਉਹ ਵੀ ਧਰਮ ਵਰਗੀ ਚੀਜ਼ ਹੁੰਦੀ ਆ, ਉਹ ਵੀ ਇੱਕ ਉਹਨਾਂ ਦਾ ਧਰਮ ਹੈ, ਉਸ ਤੋਂ ਪਿੱਛੇ ਨਹੀਂ ਹਟ ਸਕਦੇ ਜੇ। ਪਰ ਹਾਂ, ਉਹਨਾਂ ਦੇ ਦਿਲਾਂ 'ਚ ਤੁਹਾਡੇ ਲਈ ਪਿਆਰ ਹੈ। ਪੰਜਾਬ ਪੁਲਿਸ ਦਾ ਮੈਂ ਬਹੁਤ ਧੰਨਵਾਦੀ ਹਾਂ। ਇੰਨਾ ਉਹਨਾਂ ਨੇ ਪਿਆਰ ਨਾਲ ਮੈਨੂੰ ਰੱਖਿਆ ਕਿ ਮੈਂ, ਬੜੇ ਵਿਚਾਰੇ ਮੁਲਾਜ਼ਮ ਇਹੋ ਜਿਹੇ ਸੀਗੇ, ਮੈਂ ਸ਼ਾਇਦ ਪਹਿਲਾਂ YouTube ਰੁਕ ਗਿਆ ਸੀਗਾ ਜਾਂ ਕਿਵੇਂ, ਮੈਂ ਉਦੋਂ ਵੀ ਦੱਸਿਆ ਕਿ ਇੱਕ ਵੀਰ, ਮੈਨੂੰ ਨਾਮ ਨਹੀਂ ਪਤਾ ਭਰਾ ਦਾ, ਮੈਂ ਸੁੱਤਾ ਪਿਆ ਸੀ, ਮੈਨੂੰ ਯਾਦ ਹੈ ਕਿ ਉਹਨੇ, ਮੇਰਾ ਸਿਰ ਦਰਦ ਕਰ ਰਿਹਾ ਸੀ ਤਾਂ ਮੇਰਾ ਪਏ ਦਾ ਉਹਨੇ ਸਿਰ ਦਬਾਇਆ ਤੇ ਮੈਨੂੰ ਕਿਹਾ ਕਿ ਤੂੰ ਬੱਚਿਆਂ ਵਰਗਾ ਹੈ ਤੇ ਤੈਨੂੰ ਸਾਡੇ ਬੱਚੇ ਬਹੁਤ ਪਿਆਰ ਕਰਦੇ ਆ। ਕਿਸਾਨ ਐਂਥਮ ਹੈ ਤੇਰਾ ਗਾਣਾ, ਸਾਰਿਆਂ ਨੇ ਸੁਣਿਆ। ਜੇ ਮੈਂ ਜੇਲ੍ਹ 'ਚ ਵੀ ਗਿਆ, ਇੱਕ ਦਿਨ ਮੈਂ ਜੇਲ੍ਹ 'ਚ ਥੋੜ੍ਹਾ, ਜਦੋਂ ਮੈਨੂੰ ਸੰਗਰੂਰ ਜੇਲ੍ਹ 'ਚ ਛੱਡਣਾ ਸੀਗਾ, ਤਾਂ ਮੈਂ ਨਾ ਰਾਤ ਨੂੰ ਜ਼ਿਆਦਾ ਲੇਟ ਹੋਣ ਕਰਕੇ ਤੇ ਦੂਜੇ ਦਿਨ ਤੇ ਗਈ ਗੱਲ, ਕਿਉਂਕਿ TV 'ਚ ਨਿਊਜ਼ ਆਉਂਦੀ ਸੀ, ਸਾਰੇ ਅੰਦਰ ਦੇਖਦੇ ਸੀ। ਯੂ ਮੈਨੂੰ ਦੂਜੇ ਦਿਨ ਜੇਲ੍ਹ 'ਚ ਸੰਗਰੂਰ ਛੱਡਣ ਗਏ ਤਾਂ ਉੱਥੇ ਬੜੇ ਸਾਰੇ ਲੋਕ ਸਾਹਮਣੇ ਖੜੇ ਸੀ, ਕਹਿੰਦੇ ਕਿ ਅਸੀਂ ਕੱਲ੍ਹ ਵੀ ਬੜਾ ਲੇਟ ਤੱਕ ਡੀਕਦੇ ਰਹੇ ਵੀ ਸ਼੍ਰੀ ਬਰਾੜ ਵੀਰਾ ਆਊਗਾ ਅੰਦਰ। ਤੇ ਉਹਨਾਂ ਨੇ ਇੰਨਾ ਪਿਆਰ ਦਿੱਤਾ ਸਾਰਿਆਂ ਨੇ। ਜੇਲ੍ਹ ਦਾ ਪ੍ਰਸ਼ਾਸਨ ਇੰਨਾ ਵਧੀਆ ਉਹਨਾਂ ਦਾ ਵਿਵਹਾਰ ਹੈਗਾ, ਇੰਨੇ ਵਧੀਆ ਲੋਕ ਹੈਗੇ ਉਹ। ਮੈਨੂੰ ਅੰਦਰ ਹਰ ਟਾਈਮ ਉਹਨਾਂ ਨੇ ਪੁੱਛਣਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਮੈਂ ਪਹਿਲਾਂ ਵੀ ਕਿਹਾ ਕਿ ਕਈ ਸਰਕਾਰ ਸਾਨੂੰ ਡਰਾਵੇ ਦਿੰਦੀ ਹੈ ਕਈ ਵਾਰੀ। ਅੱਜ ਨਿਊਜ਼ ਚੱਲ ਰਹੀ ਸੀ ਕਿ ਹਰਿਆਣੇ 'ਚ ਕਿਸਾਨਾਂ ਤੇ ਪਰਚੇ ਦਿੱਤੇ ਆ ਕਿ ਇਹਨਾਂ ਨੇ ਇਹ ਕਰਤਾ, ਉਹ ਕਰਤਾ, ਸਾਨੂੰ ਡਰਾਵੇ ਪਰਚਿਆਂ ਦੇ। ਪੁਲਿਸ ਕਿਹਨਾਂ ਦੀ ਹੈ? ਪੁਲਿਸ ਵੀ ਤਾਂ ਸਾਡੀ ਹੈ ਨਾ, ਉਹ ਵੀ ਤਾਂ ਸਾਡੇ ਕਿਸਾਨਾਂ ਦੀ ਪੁੱਤ ਹੈ ਨਾ। ਕੋਈ ਚੱਕਰ ਨਹੀਂਗਾ। ਤੁਸੀਂ ਜਦੋਂ ਕਿਸਾਨੀ ਲਈ ਲੜ ਕੇ ਜਾਂਦੇ ਹੋ ਅੰਦਰ, ਜਾਂ ਹੁਣ ਦਿੱਲੀੋਂ ਕਹਿੰਦੇ ਕਿ ਕੇਸ ਪਾ ਕੇ ਅੰਦਰ ਕਰਾਂਗੇ, ਜਦੋਂ ਅੰਦਰ ਵੀ ਜਾਓਗੇ ਤੁਸੀਂ ਯੋਧੇ ਹੋ ਵੀਰੇ। ਤੁਹਾਡੇ ਲਈ ਨਾਰੇ ਲੱਗਣਗੇ ਅੰਦਰ ਕਿ ਸਾਡੇ ਯੋਧੇ ਸਾਡੇ ਲਈ ਲੜ ਰਹੇ ਆ ਬਾਹਰ। ਇਹ ਡਰਾਵਾ, ਇਹ ਸਿਸਟਮ ਸਰਕਾਰਾਂ ਜਿਹੜੀਆਂ ਉੱਤੋਂ ਚਲਾ ਰਹੀਆਂ, ਇਹਨਾਂ ਦੀਆਂ ਗਲਤ ਫਹਿਮੀਆਂ। ਤਾਂ ਕਿਤੇ ਨਾ ਕਿਤੇ ਮੈਂ ਬਹੁਤ ਧੰਨਵਾਦੀ ਹਾਂ। ਸਾਡਾ ਪੰਜਾਬ, ਸਾਰਾ ਪੰਜਾਬ, ਕਿੰਨੇ ਪਿਆਰ ਨਾਲ ਅਸੀਂ ਅੰਦੋਲਨਾਂ ਤੇ ਬੈਠੇ ਹਾਂ। ਅੱਧੇ ਪਰਿਵਾਰ ਦੇ ਮੈਂਬਰ ਦਿੱਲੀ ਬੈਠੇ ਹੁੰਦੇ ਆ, ਅੱਧੇ ਘਰ ਸਾਂਭ ਰਹੇ ਹੁੰਦੇ ਆ। ਕੁਛ ਦਿਨਾਂ ਬਾਅਦ ਉਹ ਬੰਦੇ ਵਾਪਸ ਆਉਂਦੇ ਆ। ਜ਼ਿੰਮੇਵਾਰੀ ਅਸੀਂ ਇੱਕ ਨੌਕਰੀ ਵਾਂਗ, ਜੋਬ ਵਾਂਗ ਕਰ ਰਹੇ ਹਾਂ। ਬਾਕੀ ਦੇ ਬੰਦੇ ਦਿੱਲੀ ਬੈਠਣਗੇ, ਬਾਕੀ ਦੇ ਬੰਦੇ ਆ ਕੇ ਘਰ ਸਾਂਭਣਗੇ। ਇਹ ਛੋਟੀਆਂ ਗੱਲਾਂ ਥੋੜ੍ਹੀ ਆ ਵੀਰੇ, ਸਾਰਾ ਪੰਜਾਬ ਬੈਠਾ ਹੈ। ਸਾਡੀ ਇੱਕ ਇੰਟਰਵਿਊ ਮੈਂ ਦੇਖਿਆ, ਸਾਡੀ ਬੇਬੇ ਕੋਈ ਰੋ ਰਹੀ ਸੀਗੀ ਕਿ ਪੁੱਤ ਸਾਡੇ ਤੋਂ ਇੱਕ ਦਿਨ ਘਰ ਨਹੀਂ ਛੱਡਿਆ ਜਾਂਦਾ। ਕਿਉਂਕਿ ਮੈਂ ਦੇਖਿਆ ਕਿ ਸਾਡੀ ਬੇਬੇ ਵੀ ਕਿਤੇ ਘਰੋਂ ਇੱਕ ਦਿਨ ਪੈਰ ਬਾਹਰ ਪਾਉਣਾ ਹੋਵੇ, ਉਹਨੂੰ ਐਂ ਲੱਗਦਾ ਕਿ ਮੇਰੇ ਇਹ ਨਹੀਂ ਕੰਮ ਹੋਣਾ, ਮੇਰੇ ਬਿਨਾਂ ਐਂ ਹੋ ਜੂ, ਪਸ਼ੂਆਂ ਦਾ ਹੋ ਜੂ, ਇੱਦਾਂ ਇੱਕ ਦਿਨ ਨਹੀਂ ਘਰ ਛੱਡਦੀਆਂ ਸਾਡੀਆਂ ਬੇਬੇ ਹੋਣੀਆਂ। ਮਹੀਨੇ ਦੇ ਕਰੀਬ ਉੱਥੇ ਬੈਠੀਆਂ, ਇੰਨੇ ਦਿਨ ਛੋਟੇ ਛੋਟੇ ਬੱਚਿਆਂ ਨੂੰ ਗੋਦ 'ਚ ਲੈ ਕੇ ਉੱਥੇ ਬੈਠੀਆਂ। ਇਹ ਛੋਟੀਆਂ ਗੱਲਾਂ ਨਹੀਂ ਗੀਆਂ। ਬੁਰਾ ਇਹ ਹੈ ਕਿ ਸਰਕਾਰਾਂ ਨੇ ਜ਼ੁਲਮ ਕਰਤਾ, ਪਰ ਚੰਗਾ ਇਹ ਆ ਅਸੀਂ ਇਕਜੁੱਟ ਹੋ ਗਏ। ਇਕੱਲੀ ਕਿਸਾਨੀ ਮੁੱਦਾ ਨਹੀਂ, ਕਿਸਾਨੀ ਤੋਂ ਬਾਅਦ ਸਾਡੀ ਨਸਲ, ਫਸਲ, ਕਿਸੇ ਵੀ ਚੀਜ਼ ਲਈ ਜਿੱਥੇ ਖੜਨਾ ਹੋਊਗਾ, ਜਿੱਥੇ ਵੀ ਖੜਨਾ ਹੋਊਗਾ, ਅਸੀਂ ਇੱਕ ਠੋਕ ਕੇ ਖੜਾਂਗੇ। ਸਾਡੀਆਂ ਕਲਮਾਂ ਵਿਕੀਆਂ ਨਹੀਂ ਗੀਆਂ, ਸਾਡੀਆਂ ਕਲਮਾਂ ਬੋਲਣਗੀਆਂ, ਕਿਉਂਕਿ ਅਸੀਂ ਦਿੱਤਾ ਪੰਜਾਬ ਦਾ ਖਾਂਦੇ ਹਾਂ। ਅਸੀਂ ਪੰਜਾਬ ਦੇ ਹੱਕ 'ਚ ਬੋਲਾਂਗੇ, ਸਾਡੇ ਮੁਲਕ ਦੇ ਕਿਸਾਨਾਂ ਦੇ ਹੱਕ 'ਚ ਬੋਲਾਂਗੇ। ਪੰਜਾਬ 'ਚ ਅਸੀਂ ਰਹਿਣ ਵਾਲੇ ਹਾਂ, ਕਿਉਂਕਿ ਬੰਦਾ
ਬਾਹਰ ਦੀ ਚੀਜ਼, ਬਾਹਰ ਜੋ ਬੁਰਾਈਆਂ ਹੁੰਦੀਆਂ ਉਹਨਾਂ ਨੂੰ ਬਾਅਦ ਚ ਦੇਖਦਾ ਕਿ ਪਹਿਲਾਂ ਆਪਦਾ ਘਰ ਠੀਕ ਕਰਦਾ ਹੈ। ਸਭ ਤੋਂ ਪਹਿਲਾਂ ਅਸੀਂ ਆਪਦਾ ਘਰ ਠੀਕ ਕਰ ਰਹੇ ਹਾਂ। ਕਿਸੇ ਵੀ ਪਿੰਡ 'ਚ ਕੋਈ ਲੋੜ ਹੋਇਆ ਕਰੂਗੀ, ਤੁਸੀਂ ਜਾਗਰੂਕ ਲੋਕ ਹੋ, ਤੁਸੀਂ ਯੂਥ ਇੰਨੇ ਲੋਕ ਆ, ਤੁਸੀਂ ਸਾਡੀਆਂ ਇੱਕ ਠੋਕ ਕੇ ਡਿਊਟੀਆਂ ਲਾਇਆ ਕਰੋ ਕਿ ਵੀਰੇ ਫਲਾਣੇ ਪਿੰਡ 'ਚ ਇਸ ਚੀਜ਼ ਦੀ ਲੋੜ ਹੈ, ਖੜੋ। ਸਾਰੇ ਖੜਨਗੇ ਤੁਹਾਡੇ ਨਾਲ, ਸਾਰੇ 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 ਖੜਨਗੇ। ਤੇ ਕਿਆ ਬਾਤ ਹੈ, ਤੁਸੀਂ ਇੰਨਾ ਪਿਆਰ ਦੇ ਰਹੇ ਹੋ। ਮੈਨੂੰ ਸਾਰਿਆਂ ਦੇ ਕਮੈਂਟ ਪੜ੍ਹ ਨਹੀਂ ਪਾ ਰਿਹਾ, ਪਰ ਆ ਤੁਹਾਡੇ ਜਿਹੜੇ ਦਿਲ ਜੇ ਭੇਜ ਰਹੇ ਹੋ, ਲਵ ਯੂ। ਤਾਂ ਇੱਕ ਸ਼ਾਇਦ ਉਹ ਰਹਿ ਨਾ ਗਈ ਹੋਵੇ ਚੀਜ਼, ਤਾਂ ਉਹ ਮੇਰਾ ਸੁਨੇਹਾ ਜ਼ਰੂਰ ਉਸ ਪੁਲਿਸ ਮੁਲਾਜ਼ਮ ਤਾਈਂ ਲਾਇਓ ਜਿਹੜਾ ਵੀਰ ਪਟਿਆਲੇ CIA 'ਚ ਟਾਈਪ ਕਰ ਰਿਹਾ ਸੀ। ਉਹਦੀ ਕੋਈ ਡਿਊਟੀ ਹੈ ਮੇਰੇ ਵੀਰ ਦੀ, ਕੰਪਿਊਟਰ ਤੇ ਕੋਈ ਸ਼ਾਇਦ ਕੇਸ ਕੂਸ ਚੜਾਉਣੇ ਹੁੰਦੇ ਜਾਂ ਕੁਝ ਵੀ, ਜੋ ਵੀ ਜੋਬ ਹੈ ਉਹਨਾਂ ਦੀ। ਤਾਂ ਉਹਨਾਂ ਦੇ ਜੋ ਵੀ ਮੁੰਡੇ ਨੂੰ ਆਈਫੋਨ ਜੋ ਚਾਹੀਦਾ ਸੀਗਾ, ਮੈਨੂੰ ਰਿਸਪੈਕਟ ਹੈ ਤੁਹਾਡੀ ਇਮਾਨਦਾਰੀ ਤੇ ਤੁਸੀਂ ਪੰਜਾਬ ਲਈ ਸਾਡੇ ਲਈ ਖੜਦੇ ਹੋ। ਤਾਂ ਮੇਰੀ ਜ਼ਿੰਦਗੀ ਦੀ ਪਹਿਲੀ ਕਮਾਈ ਦਾ ਫੋਨ ਮੈਂ ਤੁਹਾਨੂੰ ਭੇਜ ਰਿਹਾ, ਪਿਆਰ ਸਮਝ ਕੇ। ਤੇ ਲਵ ਯੂ। ਮੈਂ ਪਹਿਲਾਂ ਵੀ ਸ਼ਾਇਦ ਉਹ ਵੀਡੀਓ 'ਚ ਆਇਆ ਜਾਂ ਨਹੀਂ, ਮੈਂ ਪਹਿਲਾਂ ਵੀ ਕਿਹਾ, ਕਿਉਂਕਿ ਇਹ ਰੁਕ ਜਾਂਦੀ ਹੈ ਵੀਡੀਓ, ਤਾਂ ਉਹ ਵੀਰ ਵੀ ਮਾਣ ਕਰੇ। ਜੇ ਤੁਸੀਂ ਪੰਜਾਬ ਪੁਲਿਸ ਦੇ ਬੱਚੇ ਹੋ ਤਾਂ ਤੁਸੀਂ ਮਾਣ ਕਰੋ ਤੁਹਾਡੇ ਮਾਪਿਆਂ ਤੇ। ਤੁਹਾਡੇ ਘਰ ਦੇ ਸਾਡੀ ਸੇਵਾ ਲਈ ਹੈ, ਤੁਹਾਡੇ ਘਰ ਦੇ ਸਾਡੇ ਲਈ ਰਾਤਾਂ ਨੂੰ ਸੜਕਾਂ ਤੇ ਹੁੰਦੇ ਆ। ਕਿਤੇ ਨਾ ਕਿਤੇ ਜੇ ਆਪਾਂ ਸਾਰੇ ਪੰਜਾਬ ਦਾ ਇੰਨਾ ਕਰਨ ਲੱਗ ਗਏ, ਸਾਡਾ ਪੰਜਾਬ ਸੋਨੇ ਦੀ ਚਿੜੀ ਬਣ ਜਾਣਾ ਫਿਰ ਤੋਂ। ਇਹ ਫਿਰ ਤੋਂ ਉਹੀ ਪਿਆਰ ਸਾਡੇ 'ਚ, ਏਕਾ ਤੁਸੀਂ ਦੇਖ ਰਹੇ ਹੋ ਕਿੰਨਾ ਏਕਾ ਅੱਜ ਪੰਜਾਬ 'ਚ। ਸਾਨੂੰ ਕਈ ਪਿੰਡਾਂ 'ਚ ਇੱਦਾਂ ਇਹ ਚੀਜ਼ ਚੱਲ ਰਹੀ ਹੈ ਕਿ ਕੁਛ ਘਰ ਜਿਹੜੇ ਉੱਥੇ ਰਹਿ ਰਹੇ ਆ, ਉਹ ਸਾਰੇ ਪਿੰਡ ਦੀ ਫਸਲ ਉਹ ਸਾਂਭ ਰਹੇ ਆ। ਕਿਸੇ ਰੇ ਸਪਰੇਅ ਕਰਨੀ ਆ ਉਹ ਕਰ ਰਹੇ ਆ ਕਿ ਤੁਸੀਂ ਦਿੱਲੀ ਬੈਠੋ, ਅਸੀਂ ਹੈਗੇ ਪਿੱਛੇ ਖੇਤੀ ਸਾਂਭਣ ਨੂੰ। ਇੰਨਾ ਪਿਆਰ, ਮੇਰੀ ਉਮਰ 24-25 ਸਾਲਾਂ ਦੀ ਹੈ, ਹਜੇ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਕਿਤੇ ਇੰਨਾ ਏਕਾ। ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ। ਤੇ ਮੈਂ ਪ੍ਰਸ਼ਾਸਨ ਨਾਲ ਵੀ ਗੱਲ ਕਰਦਾ ਜੀ, ਤਾਂ ਮੇਰਾ ਇਹ ਮੈਸੇਜ ਜ਼ਰੂਰ ਉਹਨਾਂ ਤਾਈਂ ਲਾਓ। ਸੰਗਰੂਰ ਜੇਲ੍ਹ ਨੂੰ ਭੇਜ ਰਹੇ ਹਾਂ ਜੀ ਅਸੀਂ, ਜਿਵੇਂ ਪ੍ਰਸ਼ਾਸਨ ਸਾਡੀ ਜ਼ਿੰਮੇਵਾਰੀ ਲਾਊਗਾ। ਜੇਲ੍ਹ 'ਚ ਰੋਟੀਆਂ ਪਕਾਉਣ ਵਾਲੀ ਮਸ਼ੀਨ, ਜੋ ਵੀ ਤੁਹਾਡੀ ਖੁਸ਼ੀ ਲਈ ਉਹ ਭੇਜ ਰਹੇ ਹਾਂ ਅਸੀਂ। ਤੇ ਇਹ ਤੋਹਫਾ ਵੀ ਮੈਂ ਮੇਰੇ ਵੀਰ ਨੂੰ ਭੇਜ ਰਿਹਾ। ਲਵ ਯੂ। ਇਦਾਂ ਹੀ ਡਟ ਕੇ ਖੜਨਾ ਆਪਾਂ ਦਬਣਾ ਨਹੀਂ। ਠੋਕ ਕੇ ਗਾਣੇ ਆਉਣਗੇ, ਠੋਕ ਆਉਣਗੇ। ਜੇਲ੍ਹ 'ਚ ਵੀ ਮੈਂ ਦੱਸ ਦਿਆਂ ਤੁਹਾਨੂੰ, ਘੱਟ ਤੋਂ ਘੱਟ 25-30 ਗਾਣੇ ਲਿਖੇ ਆਪਾਂ। ਮੈਂ ਨਾ ਗਾਣੇ ਠਾ ਗਾਣੇ ਆਉਣੇ ਆ, ਸਵਾਦ ਆਊਗਾ ਤੁਹਾਨੂੰ। ਕਿਸਾਨੀ ਤੇ ਗਾਣੇ ਆਉਣੇ ਆ, 2 ਲਿਖੀਆਂ ਆਪਾਂ ਫਿਲਮਾਂ, ਪਾਰ ਕੰਮ। ਕਿਉਂਕਿ ਮੈਨੂੰ ਬੜਾ ਹੋਇਆ ਪਿਆ ਸੀ ਕਈ ਦਿਨਾਂ ਦਾ ਨਾ, ਮੈਂ ਗਾਣੇ ਕਈ ਦਿਨਾਂ ਦਾ ਹੁੰਦਾ ਸੀ ਭੱਜ ਦੌੜ, ਉੱਥੇ ਫੇਰ ਕਿਸਾਨੀ ਤੇ ਗਾਣੇ ਲਿਖੇ ਆਪਾਂ। ਆਉਣਗੇ ਸੋਹਣੀਆਂ ਚੀਜ਼ਾਂ, ਕੋਈ ਚੱਕਰ ਨਹੀਂ। ਬਾਬਾ ਮਿਹਰ ਕਰੇ। ਚੰਗੇ ਮਾੜਾ ਟਾਈਮ ਹਰ ਬੰਦੇ ਤੇ ਆਉਂਦਾ, ਆਪਾਂ ਦਬਣਾ ਨਹੀਂ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ, ਜਾਂ ਉਹਨੂੰ ਬੁਰਾਈ 'ਚ ਲੈ ਜਾਓ ਜਾਂ ਚੰਗੇ 'ਚ ਲੈ ਜਾਓ। ਇਸ ਟਾਈਮ ਤੁਸੀਂ ਸਾਥ ਦਿੱਤਾ। ਇੱਕ ਮੈਂ ਵੀਰ ਦੀ ਵੀਡੀਓ ਦੇਖ ਰਿਹਾ ਸੀਗਾ, ਛੋਟਾ ਜਿਹਾ ਬੱਚਾ ਨਾਰੇ ਲਾ ਰਿਹਾ ਸੀਗਾ। ਮੈਨੂੰ ਪਿਆਰ ਹੈ, ਰਿਸਪੈਕਟ ਹੈ ਤੁਹਾਡੇ ਲਈ ਦਿਲੋਂ। ਜਦੋਂ ਤੁਸੀਂ ਇੰਨਾ ਪਿਆਰ ਕਰਦੇ ਹੋ, ਕਿਤੇ ਨਾ ਕਿਤੇ ਸਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ। ਮੈਨੂੰ ਇਹ ਹੈ ਕਿ ਮੈਂ ਤੁਹਾਡੀਆਂ ਸੋਚਾਂ ਤੇ ਤੁਹਾਡੀਆਂ ਗੱਲਾਂ ਤੇ ਖਰਾ ਉਤਰਾਂ। ਤੇ ਲਵ ਯੂ ਹੈ ਜੀ, ਲਵ ਯੂ। ਬਾਕੀ ਕਿਸਾਨੀ ਜਥੇਬੰਦੀਆਂ, ਲਾਈਵ ਥੋੜਾ ਨੈਟਵਰਕ ਦੀ ਪ੍ਰੋਬਲਮ ਆਉਂਦੀ ਹੈ ਮੈਨੂੰ ਲੱਗਿਆ। ਸਹੀ ਹੈ। ਤਾਂ ਸੋ ਆਪਣੀ ਗੱਲ ਜਿਹੜੀ ਵਿਚਾਲੇ ਰਹਿ ਗਈ, ਮੈਨੂੰ ਨਹੀਂ ਪਤਾ ਕਿ ਗੱਲ ਕਿੱਥੇ, ਮੈਂ ਗੱਲ ਕਰਦਾ ਰਿਹਾ ਤੇ ਉਹ ਸ਼ਾਇਦ ਬੰਦ ਹੋ ਗਿਆ ਸੀ। ਸੋ ਪੁਲਿਸ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਹੀ ਪੁੱਤ ਹੈ। ਜੇ ਆਰਮੀ ਲਾਉਂਦੇ ਆ ਉਹ ਅੱਗੇ ਸਾਡੇ, ਤਾਂ ਵੀ ਉਹ ਕਿਸਾਨਾਂ ਦੇ ਹੀ ਪੁੱਤ ਹੈ। ਕਈ ਵਾਰੀ ਹੁਣ ਜੇ ਸਾਡੇ ਕਿਸਾਨ ਉੱਥੇ ਬੈਠੇ ਆ, ਜਿੰਨੇ ਵੀਰ ਭਰਾ,
ਰਾਮ ਰਾਮ ਭਾਈ, ਰਾਮ ਰਾਮ, ਕੀ ਬਾਤ ਹੈ, ਲਵ ਯੂ। ਜਿੰਨੇ ਵੀਰ ਭਰਾ ਬੈਠੇ ਆ, ਸਾਡੇ ਬਜ਼ੁਰਗ ਬੈਠੇ ਆ, ਅੱਗੇ ਜਿਹੜੀ ਆਰਮੀ ਵੀ ਲੱਗੀ ਹੈ ਉਹ ਪੁੱਤ ਤਾਂ ਕਿਸਾਨਾਂ ਦੇ ਹੀ ਹੈ ਨਾ। ਕਿਤੇ ਨਾ ਕਿਤੇ ਉਹਨਾਂ ਦੇ ਦਿਲਾਂ 'ਚ ਥਾਂ ਤਾਂ ਹੈਗੀ ਹੈ ਸਾਡੇ ਲਈ। ਕਈ ਵਾਰੀ ਉਹਨਾਂ ਦੀ ਮਜਬੂਰੀ ਹੈ ਉੱਥੇ ਖੜਨਾ। ਉਹਨਾਂ ਨੂੰ ਜੇ ਸਰਕਾਰ ਉੱਤੋਂ ਆਰਡਰ ਲਾਉਂਦੀ ਹੈ, ਉਹ ਵਿਚਾਰੇ ਕੀ ਕਰਨ। ਉਹ ਵੀ ਇੱਕ ਉਹਨਾਂ ਦੀ ਜੋਬ ਹੈ, ਉਸ ਨਾਲ ਵੀ ਉਹ ਵੀ ਧਰਮ ਵਰਗੀ ਚੀਜ਼ ਹੁੰਦੀ ਆ। ਉਹ ਵੀ ਇੱਕ ਉਹਨਾਂ ਦਾ ਧਰਮ ਹੈ, ਉਸ ਤੋਂ ਪਿੱਛੇ ਨਹੀਂ ਹਟ ਸਕਦੇ ਜੇ। ਪਰ ਹਾਂ, ਉਹਨਾਂ ਦੇ ਦਿਲਾਂ 'ਚ ਤੁਹਾਡੇ ਲਈ ਪਿਆਰ ਹੈ। ਪੰਜਾਬ ਪੁਲਿਸ ਦਾ ਮੈਂ ਬਹੁਤ ਧੰਨਵਾਦੀ ਹਾਂ। ਇੰਨਾ ਉਹਨਾਂ ਨੇ ਪਿਆਰ ਨਾਲ ਮੈਨੂੰ ਰੱਖਿਆ ਕਿ ਮੈਂ ਬੜੇ ਵਿਚਾਰੇ ਮੁਲਾਜ਼ਮ ਇਹੋ ਜਿਹੇ ਸੀਗੇ। ਮੈਂ ਸ਼ਾਇਦ ਪਹਿਲਾਂ YouTube ਰੁਕ ਗਿਆ ਸੀਗਾ ਜਾਂ ਕਿਵੇਂ। ਮੈਂ ਉਦੋਂ ਵੀ ਦੱਸਿਆ ਕਿ ਇੱਕ ਵੀਰ, ਮੈਨੂੰ ਨਾਮ ਨਹੀਂ ਪਤਾ ਭਰਾ ਦਾ, ਮੈਂ ਸੁੱਤਾ ਪਿਆ ਸੀ, ਮੈਨੂੰ ਯਾਦ ਹੈ ਕਿ ਉਹਨੇ ਮੇਰਾ ਸਿਰ ਦਰਦ ਕਰ ਰਿਹਾ ਸੀ ਤਾਂ ਮੇਰਾ ਪਏ ਦਾ ਉਹਨੇ ਸਿਰ ਦਬਾਇਆ ਤੇ ਮੈਨੂੰ ਕਿਹਾ ਕਿ ਤੂੰ ਬੱਚਿਆਂ ਵਰਗਾ ਤੇ ਤੈਨੂੰ ਸਾਡੇ ਬੱਚੇ ਬਹੁਤ ਪਿਆਰ ਕਰਦੇ ਆ। ਕਿਸਾਨ ਐਂਥਮ ਹੈ ਤੇਰਾ ਗਾਣਾ, ਸਾਰਿਆਂ ਨੇ ਸੁਣਿਆ। ਜੇ ਮੈਂ ਜੇਲ੍ਹ 'ਚ ਵੀ ਗਿਆ, ਇੱਕ ਦਿਨ ਮੈਂ ਜੇਲ੍ਹ 'ਚ ਥੋੜਾ, ਜਦੋਂ ਮੈਨੂੰ ਸੰਗਰੂਰ ਜੇਲ੍ਹ 'ਚ ਛੱਡਣਾ ਸੀਗਾ ਤਾਂ ਮੈਂ ਨਾ ਰਾਤ ਨੂੰ ਜ਼ਿਆਦਾ ਲੇਟ ਹੋਣ ਕਰਕੇ ਤੇ ਦੂਜੇ ਦਿਨ ਤੇ ਗਈ ਗੱਲ, ਕਿਉਂਕਿ ਟੀਵੀ 'ਚ ਨਿਊਜ਼ ਆਉਂਦੀ ਸੀ, ਸਾਰੇ ਅੰਦਰ ਦੇਖਦੇ ਸੀ। ਜਿਉਂ ਮੈਨੂੰ ਦੂਜੇ ਦਿਨ ਜੇਲ੍ਹ 'ਚ ਸੰਗਰੂਰ ਛੱਡਣ ਗਏ ਤਾਂ ਉੱਥੇ ਬੜੇ ਸਾਰੇ ਲੋਕ ਸਾਹਮਣੇ ਖੜੇ ਸੀ। ਕਹਿੰਦੇ ਕਿ ਅਸੀਂ ਕੱਲ ਵੀ ਬੜਾ ਲੇਟ ਤੱਕ ਡੀਕਦੇ ਰਹੇ ਵੀ ਸ਼੍ਰੀ ਬਰਾੜ ਵੀਰਾ ਆਊਗਾ ਅੰਦਰ। ਤੇ ਉਹਨਾਂ ਨੇ ਇੰਨਾ ਪਿਆਰ ਦਿੱਤਾ ਸਾਰਿਆਂ ਨੇ। ਜੇਲ੍ਹ ਦਾ ਪ੍ਰਸ਼ਾਸਨ ਇੰਨਾ ਵਧੀਆ ਉਹਨਾਂ ਦਾ ਵਿਵਹਾਰ ਹੈਗਾ, ਇੰਨੇ ਵਧੀਆ ਲੋਕ ਹੈਗੇ। ਉਹ ਮੈਨੂੰ ਅੰਦਰ ਹਰ ਟਾਈਮ ਉਹਨਾਂ ਨੇ ਪੁੱਛਣਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਮੈਂ ਪਹਿਲਾਂ ਵੀ ਕਿਹਾ ਕਿ ਕਈ ਸਰਕਾਰ ਸਾਨੂੰ ਡਰਾਵੇ ਦਿੰਦੀ ਹੈ ਕਈ ਵਾਰੀ। ਅੱਜ ਨਿਊਜ਼ ਚੱਲ ਰਹੀ ਸੀ ਕਿ ਹਰਿਆਣੇ 'ਚ ਕਿਸਾਨਾਂ ਤੇ ਪਰਚੇ ਦਿੱਤੇ ਆ ਕਿ ਇਹਨਾਂ ਨੇ ਇਹ ਕਰਤਾ ਉਹ ਕਰਤਾ, ਸਾਨੂੰ ਡਰਾਵੇ ਪਰਚਿਆਂ ਦੇ। ਪੁਲਿਸ ਕਿਹਨਾਂ ਦੀ ਹੈ? ਪੁਲਿਸ ਵੀ ਤਾਂ ਸਾਡੀ ਹੈ ਨਾ। ਉਹ ਵੀ ਤਾਂ ਸਾਡੇ ਕਿਸਾਨਾਂ ਦੀ ਪੁੱਤ ਹੈ ਨਾ। ਕੋਈ ਚੱਕਰ ਨਹੀਂਗਾ। ਤੁਸੀਂ ਜਦੋਂ ਕਿਸਾਨੀ ਲਈ ਲੜ ਕੇ ਜਾਂਦੇ ਹੋ ਅੰਦਰ, ਜਾਂ ਹੁਣ ਦਿੱਲੀੋਂ ਕਹਿੰਦੇ ਕਿ ਕੇਸ ਪਾ ਕੇ ਅੰਦਰ ਕਰਾਂਗੇ, ਜਦੋਂ ਅੰਦਰ ਵੀ ਜਾਓਗੇ ਤੁਸੀਂ ਯੋਧੇ ਹੋ ਵੀਰੇ। ਤੁਹਾਡੇ ਲਈ ਨਾਰੇ ਲੱਗਣਗੇ ਅੰਦਰ ਕਿ ਸਾਡੇ ਯੋਧੇ ਸਾਡੇ ਲਈ ਲੜ ਰਹੇ ਆ ਬਾਹਰ। ਇਹ ਡਰਾਵਾ, ਇਹ ਸਿਸਟਮ ਸਰਕਾਰਾਂ ਜਿਹੜੀਆਂ ਉੱਤੋਂ ਚਲਾ ਰਹੀਆਂ, ਇਹਨਾਂ ਦੀਆਂ ਗਲਤ ਫਹਿਮੀਆਂ। ਤਾਂ ਕਿਤੇ ਨਾ ਕਿਤੇ ਮੈਂ ਬਹੁਤ ਧੰਨਵਾਦੀ ਹਾਂ। ਸਾਡਾ ਪੰਜਾਬ, ਸਾਰਾ ਪੰਜਾਬ ਕਿੰਨੇ ਪਿਆਰ ਨਾਲ ਅਸੀਂ ਅੰਦੋਲਨਾਂ ਤੇ ਬੈਠੇ ਹਾਂ। ਅੱਧੇ ਪਰਿਵਾਰ ਦੇ ਮੈਂਬਰ ਦਿੱਲੀ ਬੈਠੇ ਹੁੰਦੇ ਆ, ਅੱਧੇ ਘਰ ਸਾਂਭ ਰਹੇ ਹੁੰਦੇ ਆ। ਕੁਛ ਦਿਨਾਂ ਬਾਅਦ ਉਹ ਬੰਦੇ ਵਾਪਸ ਆਉਂਦੇ ਆ। ਜ਼ਿੰਮੇਵਾਰੀ ਅਸੀਂ ਇੱਕ ਨੌਕਰੀ ਵਾਂਗ, ਜੋਬ ਵਾਂਗ ਕਰ ਰਹੇ ਹਾਂ। ਬਾਕੀ ਦੇ ਬੰਦੇ ਦਿੱਲੀ ਬੈਠਣਗੇ, ਬਾਕੀ ਦੇ ਬੰਦੇ ਆ ਕੇ ਘਰ ਸਾਂਭਣਗੇ। ਇਹ ਛੋਟੀਆਂ ਗੱਲਾਂ ਥੋੜ੍ਹੀ ਆ ਵੀਰੇ, ਸਾਰਾ ਪੰਜਾਬ ਬੈਠਾ ਹੈ। ਸਾਡੀ ਇੱਕ ਇੰਟਰਵਿਊ ਮੈਂ ਦੇਖਿਆ, ਸਾਡੀ ਬੇਬੇ ਕੋਈ ਰੋ ਰਹੀ ਸੀਗੀ ਕਿ ਪੁੱਤ ਸਾਡੇ ਤੋਂ ਇੱਕ ਦਿਨ ਘਰ ਨਹੀਂ ਛੱਡਿਆ ਜਾਂਦਾ। ਕਿਉਂਕਿ ਮੈਂ ਦੇਖਿਆ ਕਿ ਸਾਡੀ ਬੇਬੇ ਵੀ ਕਿਤੇ ਘਰੋਂ ਇੱਕ ਦਿਨ ਪੈਰ ਬਾਹਰ ਪਾਉਣਾ ਹੋਵੇ, ਉਹਨੂੰ ਐਂ ਲੱਗਦਾ ਕਿ ਮੇਰੇ ਇਹ ਨਹੀਂ ਕੰਮ ਹੋਣਾ, ਮੇਰੇ ਵੀ ਨਾ ਐਂ ਹੋ ਜੂ, ਪਸ਼ੂਆਂ ਦਾ ਹੋ ਜੂ। ਇੱਦਾਂ ਇੱਕ ਦਿਨ ਨਹੀਂ ਘਰ ਛੱਡਦੀਆਂ ਸਾਡੀਆਂ ਬੇਬੇ ਹੋਣੀਆਂ। ਮਹੀਨੇ ਦੇ ਕਰੀਬ ਉੱਥੇ ਬੈਠੀਆਂ, ਇੰਨੇ ਦਿਨ ਛੋਟੇ ਛੋਟੇ ਬੱਚਿਆਂ ਨੂੰ ਗੋਦ 'ਚ ਲੈ ਕੇ ਉੱਥੇ ਬੈਠੀਆਂ। ਇਹ ਛੋਟੀਆਂ ਗੱਲਾਂ ਨਹੀਂ ਗੀਆਂ। ਬੁਰਾ ਇਹ ਹੈ ਕਿ ਸਰਕਾਰਾਂ ਨੇ ਜ਼ੁਲਮ ਕਰਤਾ, ਪਰ ਚੰਗਾ ਇਹ ਆ ਅਸੀਂ ਇਕਜੁੱਟ ਹੋ ਗਏ। ਇਕੱਲੀ ਕਿਸਾਨੀ ਮੁੱਦਾ ਨਹੀਂ, ਕਿਸਾਨੀ ਤੋਂ ਬਾਅਦ ਸਾਡੀ ਨਸਲ, ਫਸਲ, ਕਿਸੇ ਵੀ ਚੀਜ਼ ਲਈ ਜਿੱਥੇ ਖੜਨਾ ਹੋਊਗਾ, ਜਿੱਥੇ ਵੀ ਖੜਨਾ ਹੋਊਗਾ, ਅਸੀਂ ਇੱਕ ਠੋਕ ਕੇ ਖੜਾਂਗੇ। ਸਾਡੀਆਂ ਕਲਮਾਂ ਵਿਕੀਆਂ ਨਹੀਂ ਗੀਆਂ, ਸਾਡੀਆਂ ਕਲਮਾਂ ਬੋਲਣਗੀਆਂ, ਕਿਉਂਕਿ ਅਸੀਂ ਦਿੱਤਾ ਪੰਜਾਬ ਦਾ ਖਾਂਦੇ, ਅਸੀਂ ਪੰਜਾਬ ਦੇ ਹੱਕ 'ਚ ਬੋਲਾਂਗੇ, ਸਾਡੇ ਮੁਲਕ ਦੇ ਕਿਸਾਨਾਂ ਦੇ ਹੱਕ 'ਚ ਬੋਲਾਂਗੇ। ਪੰਜਾਬ 'ਚ ਅਸੀਂ ਰਹਿਣ ਵਾਲੇ ਹਾਂ, ਕਿਉਂਕਿ ਬੰਦਾ ਬਾਹਰ ਦੀ ਚੀਜ਼, ਬਾਹਰ ਜੋ ਬੁਰਾਈਆਂ ਹੁੰਦੀਆਂ ਉਹਨਾਂ ਨੂੰ ਬਾਅਦ 'ਚ ਦੇਖਦਾ ਕਿ ਪਹਿਲਾਂ ਆਪਦਾ ਘਰ ਠੀਕ ਕਰਦਾ। ਸਭ ਤੋਂ ਪਹਿਲਾਂ ਅਸੀਂ ਆਪਦਾ ਘਰ ਠੀਕ ਕਰ ਰਹੇ ਹਾਂ। ਕਿਸੇ ਵੀ ਪਿੰਡ 'ਚ ਕੋਈ ਲੋੜ ਹੋਇਆ ਕਰੂਗੀ, ਤੁਸੀਂ
ਜਾਗਰੂਕ ਲੋਕ ਹੋ, ਤੁਸੀਂ ਯੂਥ ਇੰਨੇ ਲੋਕ ਆ, ਤੁਸੀਂ ਸਾਡੀਆਂ ਇੱਕ ਠੋਕ ਕੇ ਡਿਊਟੀਆਂ ਲਾਇਆ ਕਰੋ ਕਿ ਵੀਰੇ ਫਲਾਣੇ ਪਿੰਡ 'ਚ ਇਸ ਚੀਜ਼ ਦੀ ਲੋੜ ਹੈ, ਖੜੋ। ਸਾਰੇ ਖੜਨਗੇ ਤੁਹਾਡੇ ਨਾਲ, ਸਾਰੇ 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 ਖੜਨਗੇ। ਤੇ ਕਿਆ ਬਾਤ ਹੈ, ਤੁਸੀਂ ਇੰਨਾ ਪਿਆਰ ਦੇ ਰਹੇ ਹੋ। ਮੈਨੂੰ ਸਾਰਿਆਂ ਦੇ ਕਮੈਂਟ ਪੜ੍ਹ ਨਹੀਂ ਪਾ ਰਿਹਾ, ਪਰ ਆ ਤੁਹਾਡੇ ਜਿਹੜੇ ਦਿਲ ਜੇ ਭੇਜ ਰਹੇ ਹੋ, ਲਵ ਯੂ। ਤਾਂ ਇੱਕ ਸ਼ਾਇਦ ਉਹ ਰਹਿ ਨਾ ਗਈ ਹੋਵੇ ਚੀਜ਼, ਤਾਂ ਉਹ ਮੇਰਾ ਸੁਨੇਹਾ ਜ਼ਰੂਰ ਉਸ ਪੁਲਿਸ ਮੁਲਾਜ਼ਮ ਤਾਈਂ ਲਾਇਓ ਜਿਹੜਾ ਵੀਰ ਪਟਿਆਲੇ CIA 'ਚ ਟਾਈਪ ਕਰ ਰਿਹਾ ਸੀ। ਉਹਦੀ ਕੋਈ ਡਿਊਟੀ ਹੈ ਮੇਰੇ ਵੀਰ ਦੀ, ਕੰਪਿਊਟਰ ਤੇ ਕੋਈ ਸ਼ਾਇਦ ਕੇਸ ਕੂਸ ਚੜਾਉਣੇ ਹੁੰਦੇ ਜਾਂ ਕੁਝ ਵੀ, ਜੋ ਵੀ ਜੋਬ ਹੈ ਉਹਨਾਂ ਦੀ। ਤਾਂ ਉਹਨਾਂ ਦੇ ਜੋ ਵੀ ਮੁੰਡੇ ਨੂੰ ਆਈਫੋਨ ਜੋ ਚਾਹੀਦਾ ਸੀਗਾ, ਮੈਨੂੰ ਰਿਸਪੈਕਟ ਹੈ ਤੁਹਾਡੀ ਇਮਾਨਦਾਰੀ ਤੇ ਤੁਸੀਂ ਪੰਜਾਬ ਲਈ ਸਾਡੇ ਲਈ ਖੜਦੇ ਹੋ। ਤਾਂ ਮੇਰੀ ਜ਼ਿੰਦਗੀ ਦੀ ਪਹਿਲੀ ਕਮਾਈ ਦਾ ਫੋਨ ਮੈਂ ਤੁਹਾਨੂੰ ਭੇਜ ਰਿਹਾ, ਪਿਆਰ ਸਮਝ ਕੇ। ਤੇ ਲਵ ਯੂ। ਮੈਂ ਪਹਿਲਾਂ ਵੀ ਸ਼ਾਇਦ ਉਹ ਵੀਡੀਓ 'ਚ ਆਇਆ ਜਾਂ ਨਹੀਂ, ਮੈਂ ਪਹਿਲਾਂ ਵੀ ਕਿਹਾ, ਕਿਉਂਕਿ ਇਹ ਰੁਕ ਜਾਂਦੀ ਹੈ ਵੀਡੀਓ। ਤਾਂ ਉਹ ਵੀਰ ਵੀ ਮਾਣ ਕਰੇ, ਜੇ ਤੁਸੀਂ ਪੰਜਾਬ ਪੁਲਿਸ ਦੇ ਬੱਚੇ ਹੋ ਤਾਂ ਤੁਸੀਂ ਮਾਣ ਕਰੋ ਤੁਹਾਡੇ ਮਾਪਿਆਂ ਤੇ। ਤੁਹਾਡੇ ਘਰ ਦੇ ਸਾਡੀ ਸੇਵਾ ਲਈ ਹੈ, ਤੁਹਾਡੇ ਘਰ ਦੇ ਸਾਡੇ ਲਈ ਰਾਤਾਂ ਨੂੰ ਸੜਕਾਂ ਤੇ ਹੁੰਦੇ ਆ। ਕਿਤੇ ਨਾ ਕਿਤੇ ਜੇ ਆਪਾਂ ਸਾਰੇ ਪੰਜਾਬ ਦਾ ਇੰਨਾ ਕਰਨ ਲੱਗ ਗਏ, ਸਾਡਾ ਪੰਜਾਬ ਸੋਨੇ ਦੀ ਚਿੜੀ ਬਣ ਜਾਣਾ ਫਿਰ ਤੋਂ ਉਹੀ ਪਿਆਰ ਸਾਡੇ 'ਚ ਏਕਾ ਤੁਸੀਂ ਦੇਖ ਰਹੇ ਹੋ ਕਿੰਨਾ ਇੱਕ ਹੈ ਅੱਜ ਪੰਜਾਬ 'ਚ। ਸਾਨੂੰ ਕਈ ਪਿੰਡਾਂ 'ਚ ਇੱਦਾਂ ਇਹ ਚੀਜ਼ ਚੱਲ ਰਹੀ ਹੈ ਕਿ ਕੁਛ ਘਰ ਜਿਹੜੇ ਉੱਥੇ ਰਹਿ ਰਹੇ ਆ, ਉਹ ਸਾਰੇ ਪਿੰਡ ਦੀ ਫਸਲ ਉਹ ਸਾਂਭ ਰਹੇ ਆ। ਕਿਸੇ ਰੇ ਸਪਰੇਅ ਕਰਨੀ ਆ ਉਹ ਕਰ ਰਹੇ ਆ ਕਿ ਤੁਸੀਂ ਦਿੱਲੀ ਬੈਠੋ, ਅਸੀਂ ਹੈਗੇ ਪਿੱਛੇ ਖੇਤੀ ਸਾਂਭਣ ਨੂੰ। ਇੰਨਾ ਪਿਆਰ, ਮੇਰੀ ਉਮਰ 24-25 ਸਾਲਾਂ ਦੀ ਹੈ ਹਜੇ, ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਕਿਤੇ ਇੰਨਾ ਏਕਾ। ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ। ਤੇ ਮੈਂ ਪ੍ਰਸ਼ਾਸਨ ਨਾਲ ਵੀ ਗੱਲ ਕਰਦਾ ਜੀ, ਤਾਂ ਮੇਰਾ ਇਹ ਮੈਸੇਜ ਜ਼ਰੂਰ ਉਹਨਾਂ ਤਾਈਂ ਲਾਓ। ਸੰਗਰੂਰ ਜੇਲ੍ਹ ਨੂੰ ਭੇਜ ਰਹੇ ਹਾਂ ਜੀ ਅਸੀਂ, ਜਿਵੇਂ ਪ੍ਰਸ਼ਾਸਨ ਸਾਡੀ ਜ਼ਿੰਮੇਵਾਰੀ ਲਾਊਗਾ। ਜੇਲ੍ਹ 'ਚ ਰੋਟੀਆਂ ਪਕਾਉਣ ਵਾਲੀ ਮਸ਼ੀਨ, ਜੋ ਵੀ ਤੁਹਾਡੀ ਖੁਸ਼ੀ ਲਈ ਉਹ ਭੇਜ ਰਹੇ ਹਾਂ ਅਸੀਂ। ਤੇ ਇਹ ਤੋਹਫਾ ਵੀ ਮੈਂ ਮੇਰੇ ਵੀਰ ਨੂੰ ਭੇਜ ਰਿਹਾ। ਲਵ ਯੂ। ਇੱਦਾਂ ਹੀ ਡਟ ਕੇ ਖੜਨਾ ਆਪਾਂ ਦਬਣਾ ਨਹੀਂ, ਠੋਕ ਕੇ। ਗਾਣੇ ਆਉਣਗੇ, ਠੋਕ ਆਉਣਗੇ। ਜੇਲ੍ਹ 'ਚ ਵੀ ਮੈਂ ਦੱਸ ਦਿਆਂ ਤੁਹਾਨੂੰ, ਘੱਟ ਤੋਂ ਘੱਟ 25-30 ਗਾਣੇ ਲਿਖੇ ਆਪਾਂ। ਮੈਂ ਨਾ ਗਾਣੇ ਠਾ ਗਾਣੇ ਆਉਣੇ ਆ, ਸਵਾਦ ਆਊਗਾ ਤੁਹਾਨੂੰ। ਕਿਸਾਨੀ ਤੇ ਗਾਣੇ ਆਉਣੇ ਆ, 2 ਲਿਖੀਆਂ ਆਪਾਂ ਫਿਲਮਾਂ, ਪਾਰ ਕੰਮ। ਕਿਉਂਕਿ ਮੈਨੂੰ ਬੜਾ ਹੋਇਆ ਪਿਆ ਸੀ ਕਈ ਦਿਨਾਂ ਦਾ ਨਾ, ਮੈਂ ਗਾਣੇ ਕਈ ਦਿਨਾਂ ਦਾ ਹੁੰਦਾ ਸੀ ਭੱਜ ਦੌੜ, ਉੱਥੇ ਫੇਰ ਕਿਸਾਨੀ ਤੇ ਗਾਣੇ ਲਿਖੇ ਆਪਾਂ। ਆਉਣਗੇ ਸੋਹਣੀਆਂ ਚੀਜ਼ਾਂ, ਕੋਈ ਚੱਕਰ ਨਹੀਂ। ਬਾਬਾ ਮਿਹਰ ਕਰੇ। ਚੰਗੇ ਮਾੜਾ ਟਾਈਮ ਹਰ ਬੰਦੇ ਤੇ ਆਉਂਦਾ, ਆਪਾਂ ਦਬਣਾ ਨਹੀਂ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ, ਜਾਂ ਉਹਨੂੰ ਬੁਰਾਈ 'ਚ ਲੈ ਜਾਓ ਜਾਂ ਚੰਗੇ 'ਚ ਲੈ ਜਾਓ। ਇਸ ਟਾਈਮ ਤੁਸੀਂ ਸਾਥ ਦਿੱਤਾ। ਇੱਕ ਮੈਂ ਵੀਰ ਦੀ ਵੀਡੀਓ ਦੇਖ ਰਿਹਾ ਸੀਗਾ, ਛੋਟਾ ਜਿਹਾ ਬੱਚਾ ਨਾਅਰੇ ਲਾ ਰਿਹਾ ਸੀਗਾ। ਮੈਨੂੰ ਪਿਆਰ ਹੈ, ਰਿਸਪੈਕਟ ਹੈ ਤੁਹਾਡੇ ਲਈ ਦਿਲੋਂ। ਜਦੋਂ ਤੁਸੀਂ ਇੰਨਾ ਪਿਆਰ ਕਰਦੇ ਹੋ, ਕਿਤੇ ਨਾ ਕਿਤੇ ਸਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ। ਮੈਨੂੰ ਇਹ ਹੈ ਕਿ ਮੈਂ ਤੁਹਾਡੀਆਂ ਸੋਚਾਂ ਤੇ ਤੁਹਾਡੀਆਂ ਗੱਲਾਂ ਤੇ ਖਰਾ ਉਤਰਾਂ। ਤੇ ਲਵ ਯੂ ਹੈ ਜੀ, ਲਵ ਯੂ। ਬਾਕੀ ਕਿਸਾਨੀ ਜਥੇਬੰਦੀਆਂ